ਵੈਲਕਮ ਟੂ ਐਕਸੀਲਰੇਟਰ ਕਲਾਸਿਸ। ਲਾਸਟ ਕਲਾਸ ਦੇ ਵਿੱਚ ਅਸੀਂ ਫੋਰਸ ਡਿਸਕਸ ਕਰ ਰਹੇ ਸੀ। ਅੱਜ ਅਸੀਂ ਫੋਰਸ ਤੇ ਨੂਮੈਰੀਕਲ ਦੇਖਾਂਗੇ। ਅਸੀਂ ਦੇਖਾਂਗੇ ਕਿ ਜਿਹੜੇ ਅਸੀਂ ਫੋਰਸ ਵਾਲੇ ਚੈਪਟਰ ਦੇ ਵਿੱਚ ਫਾਰਮੂਲੇ ਬਣਾਏ ਸੀ ਅਸੀਂ ਉਹਨਾਂ ਨੂੰ ਕਿਵੇਂ ਇੰਪਲੀਮੈਂਟ ਕਰ ਸਕਦੇ ਹਾਂ। ਤੇ ਇਸੇ ਲੜੀ ਦੇ ਵਿੱਚ ਅਸੀਂ ਪਹਿਲਾ ਨੂਮੈਰੀਕਲ ਦੇਖਦੇ ਹਾਂ ਕਿ ਇਹ ਬੋਡੀ ਆਫ ਮਾਸ 10 kg is moving with velocity of 1 meter per second. Find force required to stop in 10 second. ਹੁਣ ਦੇਖੋ ਇਸ ਨੂਮੈਰੀਕਲ ਦੇ ਵਿੱਚ ਕਿਹਾ ਗਿਆ ਵਾ ਕਿ ਇੱਕ 10 ਕਿਲੋ ਦੀ ਬੋਡੀ ਆ ਤੇ ਉਹ ਕਿੰਨੀ ਸਪੀਡ ਦੇ ਨਾਲ ਜਾ ਰਹੀ ਆ 1 ਮੀਟਰ ਪਰ ਸੈਕਿੰਡ ਦੇ ਨਾਲ ਜਾ ਰਹੀ ਆ ਤੇ ਅਸੀਂ ਉਹਨੂੰ 10 ਸਕਿੰਟਾਂ ਦੇ ਵਿੱਚ ਰੋਕਣਾ ਵਾ ਤੇ ਸਾਨੂੰ ਕਿੰਨੀ ਫੋਰਸ ਚਾਹੀਦੀ ਆ। ਦੇਖੋ ਨੂਮੈਰੀਕਲ ਵੇਖ ਕੇ ਤਾਰ ਲੈਣਾ ਇਹਦਾ ਕੋਈ ਲੌਜਿਕ ਨਹੀਂ ਹੈਗਾ। ਨੂਮੈਰੀਕਲ ਨੂੰ ਤੁਹਾਨੂੰ ਸਮਝਣਾ ਪੈਣਾ। ਹੁਣ ਦੇਖੋ ਜਿਵੇਂ ਅਸੀਂ ਕਹੀਏ ਕਿ ਫੋਰਸ ਵਾਲਾ ਚੈਪਟਰ ਜਿਹੜਾ ਅਸੀਂ ਕੀਤਾ ਹੋਇਆ ਵਾ ਉਹਦੇ ਵਿੱਚ ਅਸੀਂ ਕਿਹੜੇ ਫਾਰਮੂਲੇ ਪੜ੍ਹੇ ਆ। ਅਸੀਂ ਫੋਰਸ ਦੇ ਵਿੱਚ ਪੜ੍ਹਿਆ ਵਾ ਇੱਕ MA। ਅਸੀਂ ਇਹ ਵੀ ਫਾਰਮੂਲਾ ਵਰਤਿਆ ਐਕਸਲਰੇਸ਼ਨ ਫਾਈਨਲ ਵੈਲੋਸਿਟੀ ਮਾਈਨਸ ਇਨੀਸ਼ੀਅਲ ਵੈਲੋਸਿਟੀ ਅਪੋਨ ਟਾਈਮ ਟੇਕਨ। ਅਸੀਂ ਮੋਮੈਂਟਮ ਦਾ ਫਾਰਮੂਲਾ ਪੜਿਆ P ਮੋਮੈਂਟਮ ਨੂੰ ਕਿਹਾ ਸੀ ਮਾਸ ਇਨਟੂ ਵੈਲੋਸਿਟੀ। ਅਸੀਂ ਇਹ ਵੀ ਫਾਰਮੂਲਾ ਪੜਿਆ। ਇੱਕ ਅਸੀਂ ਇੰਪਲਸ ਦਾ ਫਾਰਮੂਲਾ ਪੜਿਆ ਫੋਰਸ ਇਨਟੂ ਟਾਈਮ। ਅਸੀਂ ਇਹ ਵਾਲੇ ਫਾਰਮੂਲੇ ਪੜੇ ਹੋਏ ਆ। ਲਾ ਆਫ ਕੰਜ਼ਰਵੇਸ਼ਨ ਦਾ ਫਾਰਮੂਲਾ ਵੀ ਅਸੀਂ ਪੜਿਆ ਵਾ ਪਰ ਜਿੱਥੇ ਜ਼ਰੂਰਤ ਹੋਏਗੀ ਉਹਨੂੰ ਦੇਖ ਲਵਾਂਗੇ। ਪਰ ਇਹਨਾਂ ਫਾਰਮੂਲਿਆਂ ਤੋਂ ਪਹਿਲਾਂ ਅਸੀਂ ਪਿਛਲੇ ਚੈਪਟਰ ਦੇ ਵਿੱਚ ਕਿਹੜੇ ਫਾਰਮੂਲੇ ਪੜੇ ਆ। ਅਸੀਂ ਪੜੇ ਆ V ਇਜ਼ ਇਕੁਅਲ ਟੂ U ਪਲਸ 80, V ਸਕੇਅਰ ਮਾਈਨਸ U ਸਕੇਅਰ ਇਜ਼ ਇਕੁਅਲ ਟੂ 2AS ਤੇ ਤੀਸਰਾ S ਇਜ਼ ਇਕੁਅਲ ਟੂ UT ਪਲਸ ਹਾਫ 80 ਸਕੇਅਰ। ਹੁਣ ਦੇਖੋ ਜਿਹੜੇ ਫਾਰਮੂਲੇ ਅਸੀਂ ਪਹਿਲੇ ਚੈਪਟਰ ਦੇ ਵਿੱਚ ਪੜੇ ਹੋਏ ਆ ਉਹ ਫਾਰਮੂਲੇ ਦੂਸਰੇ ਚੈਪਟਰ ਦੇ ਵਿੱਚ ਵੀ ਵਰਤੇ ਜਾਣਗੇ। ਮਤਲਬ ਇਹ ਜਿਹੜੇ ਫਾਰਮੂਲੇ ਬਣੇ ਆ ਨਾ ਪਹਿਲੇ ਚੈਪਟਰ ਦੇ ਜਿਨ੍ਹਾਂ ਨੂੰ ਅਸੀਂ ਕਹਿ ਰਹੇ ਹਾਂ ਕਿ ਇਹ ਫਸਟ ਚੈਪਟਰ ਦੇ ਵਿੱਚ ਸੀ, ਇਹਨਾਂ ਫਾਰਮੂਲਿਆਂ ਤੋਂ ਅੱਗੇ ਇਹ ਵਾਲੇ ਸੈਕੰਡ ਚੈਪਟਰ ਦੇ ਫਾਰਮੂਲੇ ਬਣਦੇ ਆ। ਮਤਲਬ ਇਹ ਤੇ ਇਹ ਆਪਸ ਦੇ ਵਿੱਚ ਜੁੜੇ ਹੋਏ ਆ। ਫਿਜ਼ਿਕਸ ਬਾਕੀ ਸਬਜੈਕਟਾਂ ਵਾਂਗੂ ਜਾਂ ਕੋਈ ਹਿਸਟਰੀ ਵਾਂਗੂ ਨਹੀਂ ਆ ਕਿ ਇੱਕ ਰਾਜੇ ਦਾ ਸ਼ਾਸਨ ਕਾਲ ਖਤਮ ਹੋਇਆ ਤੇ ਹੁਣ ਦੂਸਰੇ ਦਾ ਸ਼ੁਰੂ ਹੋ ਗਿਆ। ਫਿਜ਼ਿਕਸ ਦੇ ਵਿੱਚ ਲੜੀ ਦਰ ਲੜੀ ਆ। ਮਤਲਬ ਜੇ ਪਹਿਲਾ ਚੈਪਟਰ ਕਲੀਅਰ ਆ ਤੇ ਨੈਕਸਟ ਚੈਪਟਰ ਤਾਂ ਕਲੀਅਰ ਹੋਏਗਾ। ਮਤਲਬ ਇਹ ਕੀ ਆ ਇੱਕ ਪੌੜੀ ਵਾਂਗੂ ਆ ਕਿ ਪਹਿਲੀ ਪੌੜੀ ਤੇ ਚੜੋਗੇ ਤੇ ਫਿਰ ਹੀ ਸੈਕੰਡ ਪੌੜੀ ਤੇ ਪਹੁੰਚੋਗੇ। ਹੁਣ ਦੇਖੋ ਸਾਡੇ ਕੋਲੋਂ ਆਹ ਫਾਰਮੂਲੇ ਆ। ਹੁਣ ਅਸੀਂ ਇੱਧਰ ਆਉਂਦੇ ਆ। ਕਹਿੰਦਾ ਕਿ ਇਹ ਬੋਡੀ ਆਫ ਮਾਸ 10 kg ਇਜ਼ ਮੂਵਿੰਗ ਵਿਦ ਵੈਲੋਸਿਟੀ। ਸਭ ਤੋਂ ਪਹਿਲਾਂ ਉਹਨੇ ਮਾਸ ਦਿੱਤਾ। ਸੋਲੂਸ਼ਨ ਕਰਦੇ ਇਹਦਾ। ਮਾਸ ਕਿੰਨਾ ਦਿੱਤਾ 10 kg। ਵੈਲੋਸਿਟੀ ਕਿੰਨੀ ਦਿੱਤੀ ਆ। ਵੈਲੋਸਿਟੀ ਦਿੱਤੀ ਆ ਉਹਨੇ ਦੇਖੋ ਇਹ ਬੋਡੀ ਆਫ ਮਾਸ 10 kg ਇਜ਼ ਮੂਵਿੰਗ ਵਿਦ ਵੈਲੋਸਿਟੀ 1 ਮੀਟਰ ਪਰ ਸੈਕਿੰਡ। ਫਾਈਂਡ ਦਾ ਫੋਰਸ ਰਿਕਵਾਇਰਡ ਟੂ ਸਟਾਪ ਇਨ 10 ਸੈਕਿੰਡ। ਮਤਲਬ ਇਹ ਜਿਹੜੀ ਸਾਨੂੰ ਵੈਲੋਸਿਟੀ ਦਿੱਤੀ ਆ ਨਾ ਇਹ ਵੈਲੋਸਿਟੀ ਆ 1 ਮੀਟਰ ਪਰ ਸੈਕਿੰਡ ਇਨੀਸ਼ੀਅਲ ਵੈਲੋਸਿਟੀ ਆ। ਮਤਲਬ ਇਨੀਸ਼ੀਅਲ ਸਟਾਰਟਿੰਗ ਵਾਲੀ ਕਿਉਂ ਕਿਹਾ ਕਿਉਂਕਿ ਉਹਨੇ ਗੱਡੀ ਨੂੰ ਰੋਕਣਾ ਵਾ। ਉਹਨੇ ਕਿਹਾ ਕਿ ਕਿੰਨੀ ਫੋਰਸ ਚਾਹੀਦੀ ਆ ਕਿ ਬੋਡੀ 10 ਸਕਿੰਟ ਦੇ ਵਿੱਚ ਰੁਕ ਜੇ। ਹੁਣ 10 ਸਕਿੰਟਾਂ ਦੇ ਵਿੱਚ ਰੁਕ ਜੇ ਇਹਦਾ ਮਤਲਬ ਰੁਕਣ ਦਾ ਮਤਲਬ ਕੀ ਆ ਕਿ ਫਾਈਨਲ ਵੈਲੋਸਿਟੀ 0 ਹੋ ਜੇ। ਤੇ ਟਾਈਮ ਕਿੰਨਾ ਵਾ ਟਾਈਮ ਸਾਡੇ ਕੋਲੋਂ 10 ਸੈਕਿੰਡ ਆ। ਹੁਣ ਦੇਖੋ ਇਹ ਡਾਟਾ ਸਾਨੂੰ ਦਿੱਤਾ ਹੋਇਆ ਸਾਨੂੰ ਕੀ ਚਾਹੀਦਾ ਵਾ ਪਤਾ ਕਰਨਾ ਸੀ ਫੋਰਸ। ਇੱਧਰ ਸਾਡੇ ਕੋਲੋਂ ਫਾਰਮੂਲੇ ਆ। ਹੁਣ ਇਹਦੇ ਵਿੱਚੋਂ ਕਿਹੜਾ ਫਾਰਮੂਲਾ ਲੱਗੇਗਾ ਕਿ ਅਸੀਂ ਫੋਰਸ ਕੈਲਕੂਲੇਟ ਕਰ ਲਾਂਗੇ। ਦੇਖੋ ਇਹਨੂੰ ਥੋੜਾ ਤਰਕ ਨਾਲ ਸੋਚਣਾ ਵਾ ਰੱਟਾ ਨਹੀਂ ਮਾਰਨਾ ਬਿਲਕੁਲ ਵੀ। ਤੁਸੀਂ ਵੇਖ ਕੇ ਨੋਟ ਕਰੀ ਜਾਓਗੇ ਉਹਦਾ ਕੋਈ ਫਾਇਦਾ ਨਹੀਂ ਆ। ਇੱਧਰ ਮੈਂ ਫਾਰਮੂਲੇ ਲਿਖ ਲਏ, ਇੱਧਰ ਮੈਂ ਡਾਟਾ ਲਿਖ ਲਿਆ ਕਿ ਜੋ ਮੈਨੂੰ ਇਸ ਨੂਮੈਰੀਕਲ ਦੇ ਵਿੱਚ ਗਿਵਨ ਆ ਉਹ ਮੈਂ ਇੱਥੇ ਲਿਖ ਲਿਆ ਵਾ। ਹੁਣ ਫੋਰਸ ਕੱਢਣ ਲਈ ਕਿਹਾ ਗਿਆ ਵਾ ਤੇ ਫੋਰਸ ਦਾ ਫਾਰਮੂਲਾ ਕੀ ਹੁੰਦਾ। ਫੋਰਸ ਦਾ ਫਾਰਮੂਲਾ ਹੁੰਦਾ F ਇਜ਼ ਇਕੁਅਲ ਟੂ MA। ਹੁਣ ਦੇਖੋ ਫੋਰਸ ਨੂੰ ਕੱਢਣ ਵਾਸਤੇ ਮਾਸ ਚਾਹੀਦਾ ਵਾ ਤੇ ਐਕਸਲਰੇਸ਼ਨ ਚਾਹੀਦਾ। ਮਾਸ ਸਾਡੇ ਕੋਲੋਂ ਹੈਗਾ ਵਾ, ਐਕਸਲਰੇਸ਼ਨ ਸਾਡੇ ਕੋਲੋਂ ਨਹੀਂ ਹੈਗੀ। ਅਸੀਂ ਕੀ ਕਰਦੇ ਹਾਂ ਪਹਿਲਾਂ ਐਕਸਲਰੇਸ਼ਨ ਕੱਢਦੇ ਹਾਂ ਕਿਉਂਕਿ ਜੇ ਅਸੀਂ ਐਕਸਲਰੇਸ਼ਨ ਕੱਢ ਲਾਂਗੇ ਨਾ ਫਿਰ ਸਾਡੇ ਕੋਲੋਂ ਫੋਰਸ ਈਜ਼ੀਲੀ ਕੈਲਕੂਲੇਟ ਹੋ ਜਾਏਗੀ। ਐਕਸਲਰੇਸ਼ਨ ਕਿਵੇਂ ਕੱਢਦੇ ਹਾਂ। ਐਕਸਲਰੇਸ਼ਨ ਦਾ ਫਾਰਮੂਲਾ ਦੇਖੋ ਇਹ ਵਾ ਫਾਈਨਲ ਵੈਲੋਸਿਟੀ ਮਾਈਨਸ ਇਨੀਸ਼ੀਅਲ ਵੈਲੋਸਿਟੀ ਅਪੋਨ ਟਾਈਮ। ਫਾਈਨਲ ਵੈਲੋਸਿਟੀ ਕਿੰਨੀ ਆ 0, ਇਨੀਸ਼ੀਅਲ ਵੈਲੋਸਿਟੀ ਕਿੰਨੀ ਆ 1, ਟਾਈਮ ਕਿੰਨਾ ਲੱਗਾ 10। ਹੁਣ 0 ਚੋਂ 1 ਘਟਿਆ ਤੇ 1 ਹੀ ਰਹਿ ਗਿਆ -1 -1/10 ਇਹ ਚੀਜ਼ ਆ ਗਈ।
ਹੁਣ -1/10 ਨੂੰ ਆਪਾਂ ਕੀ ਲਿਖ ਸਕਦੇ ਹਾਂ, ਐਕਸਲਰੇਸ਼ਨ -0.1 ਮੀਟਰ ਪਰ ਸੈਕਿੰਡ ਸਕੁਅਰ। ਐਕਸਲਰੇਸ਼ਨ ਆ ਗਈ ਸਾਡੀ, ਮੈਂ ਇਹਨੂੰ ਸੋਲਵ ਕਰ ਲਿਆ ਇਸ ਚੀਜ਼ ਨੂੰ ਤੇ ਇਹ ਜਵਾਬ ਆ ਗਿਆ। ਹੁਣ ਦੇਖੋ ਐਕਸਲਰੇਸ਼ਨ ਨੈਗੇਟਿਵ ਆਈ ਆ, ਆਪਾਂ ਪਹਿਲੇ ਚੈਪਟਰ ਦੇ ਵਿੱਚ ਵੀ ਪੜਿਆ ਵਾ ਕਿ ਐਕਸਲਰੇਸ਼ਨ ਨੈਗੇਟਿਵ ਕਦੋਂ ਆਉਂਦੀ ਆ, ਜਦੋਂ ਬੋਡੀ ਦੀ ਸਪੀਡ ਘਟਦੀ ਆ। ਹੁਣ ਇੱਥੇ ਵੀ ਕੀ ਆ, ਘਟੀ ਆ, 0 ਹੋਈ ਆ ਤੇ ਘਟੀ ਆ, ਐਕਸਲਰੇਸ਼ਨ ਸਾਡੇ ਕੋਲੋਂ ਆ ਗਈ ਨੈਗੇਟਿਵ। ਹੁਣ ਅਸੀਂ ਫੋਰਸ ਕੈਲਕੂਲੇਟ ਕਰਾਂਗੇ, ਫੋਰਸ, ਤੇ ਫੋਰਸ ਦਾ ਫਾਰਮੂਲਾ ਕੀ ਆ, ma। ਮਾਸ ਕਿੰਨਾ ਦਿੱਤਾ, 10 kg, ਐਕਸਲਰੇਸ਼ਨ ਕਿੰਨੀ ਦਿੱਤੀ ਆ, 0.1, ਕਿਹਦੇ ਵਿੱਚ, ਨੈਗੇਟਿਵ 'ਚ। ਆਪਾਂ ਇੱਥੇ ਨੈਗੇਟਿਵ ਸਾਈਨ ਵੀ ਲਗਾਵਾਂਗੇ। ਹੁਣ ਇਹਨੂੰ ਤੁਸੀਂ ਸੋਲਵ ਕਰੋਗੇ ਤਾਂ ਸਾਡੇ ਕੋਲੋਂ ਕਿੰਨਾ ਜਵਾਬ ਆਏਗਾ, ਤੁਸੀਂ ਦੇਖੋਗੇ ਸਾਡੇ ਕੋਲੋਂ ਆਏਗਾ 0.1 ਨੂੰ 10 ਨਾਲ ਤੁਸੀਂ ਮਲਟੀਪਲਾਈ ਕਰ ਦੋਗੇ ਤੇ ਇਹਦਾ ਜਵਾਬ ਸਾਡੇ ਕੋਲੋਂ ਆਏਗਾ -1 kg ਮੀਟਰ ਪਰ ਸੈਕਿੰਡ ਸਕੁਅਰ। -1 kg ਮੀਟਰ ਪਰ ਸੈਕਿੰਡ ਸਕੁਅਰ ਨੂੰ ਆਪਾਂ ਕੀ ਬੋਲਦੇ ਆ, -1 ਨਿਊਟਨ। ਸੋ ਸਾਨੂੰ -1 ਨਿਊਟਨ ਫੋਰਸ ਚਾਹੀਦੀ ਆ ਇਸ ਬੋਡੀ ਨੂੰ 10 ਸੈਕਿੰਡ ਦੇ ਵਿੱਚ ਰੋਕਣ ਵਾਸਤੇ। ਸੋ ਇਹ ਸਾਡਾ ਪਹਿਲਾ ਨਿਊਮੈਰੀਕਲ ਆ। ਹੁਣ ਅਸੀਂ ਨੈਕਸਟ ਨਿਊਮੈਰੀਕਲ ਵੱਲ ਦੇਖਦੇ ਹਾਂ। ਸੈਕਿੰਡ ਨਿਊਮੈਰੀਕਲ ਆ, what force would be needed to produce an acceleration of 4 meter per second square in a ball of mass 6 kg। ਹੁਣ ਦੇਖੋ ਇਹਦੇ ਵਿੱਚ ਕੀ ਪੁੱਛਿਆ ਗਿਆ ਵਾ, ਇਹਦੇ 'ਚ ਪੁੱਛਿਆ ਗਿਆ ਵਾ ਕਿ what force would be needed, ਕਿੰਨੀ ਫੋਰਸ ਚਾਹੀਦੀ ਆ to produce an acceleration 4 ਮੀਟਰ ਪਰ ਸੈਕਿੰਡ ਸਕੁਅਰ of a ball in a ball ਜਾਂ of mass 6 kg। ਮਤਲਬ 6 ਕਿਲੋ ਦੀ ਇੱਕ ਬਾਲ ਆ ਤੇ ਇਹਦੇ ਵਿੱਚ 6 ਕਿਲੋ ਇਹਦਾ ਮਾਸ ਆ। ਆਪਾਂ ਇਹਦੀ ਐਕਸਲਰੇਸ਼ਨ ਕਿੰਨੀ ਲਿਆਉਣੀ ਆ, 4 ਮੀਟਰ ਪਰ ਸੈਕਿੰਡ ਸਕੁਅਰ। ਕਹਿੰਦਾ ਕਿੰਨੀ ਫੋਰਸ ਚਾਹੀਦੀ ਆ। ਸਭ ਤੋਂ ਪਹਿਲਾਂ ਉਹੀ ਗੱਲ ਕਿ ਗਿਵਨ ਡਾਟਾ, ਮਾਸ ਕਿੰਨਾ ਵਾ, 6 kg, ਐਕਸਲਰੇਸ਼ਨ ਕਿੰਨੀ ਆ, 4 ਮੀਟਰ ਪਰ ਸੈਕਿੰਡ ਸਕੁਅਰ, ਤੇ ਫੋਰਸ ਕੈਲਕੂਲੇਟ ਕਰਨੀ ਆ। ਤੇ ਸਾਨੂੰ ਸਿੱਧਾ ਹੀ ਪਤਾ ਵਾ ਕਿ ਫੋਰਸ ਦਾ ਫਾਰਮੂਲਾ ਕੀ ਆ, ਵੀ ਨੋ F is equal to ma। ਸੋ F is equal to 6 ਗੁਣਾ 4 24 kg ਮੀਟਰ ਪਰ ਸੈਕਿੰਡ ਸਕੁਅਰ। ਦੇਖੋ ਐਕਸਲਰੇਸ਼ਨ ਦਾ ਯੂਨਿਟ ਹੁੰਦਾ ਮੀਟਰ ਪਰ ਸੈਕਿੰਡ ਸਕੁਅਰ। ਇਹਨੂੰ ਆਪਾਂ ਇਦਾਂ ਵੀ ਲਿਖ ਲਈਦਾ ms-2। ਜੇ ਆਹ ਡੰਡਾ ਹਟਾਉਣਾ ਹੋਵੇ ਤੇ ਫਿਰ ਇਹਦੀ ਪਾਵਰ ਕੀ ਕਰੀਦੀ ਆ, ਮਾਈਨਸ ਕਰ ਦਈਦੀ ਆ। ਦੋਵੇਂ ਇਕੱਠੇ ਨਹੀਂ ਵਰਤ ਦੇਣੇ। ਕਈ ਵਾਰੀ ਬੱਚੇ ਕੀ ਕਰਦੇ ਆ, ਇਸ ਤਰੀਕੇ ਨਾਲ ਕਰ ਦਿੰਦੇ ਆ, 4 ਮੀਟਰ ਪਰ ਸੈਕਿੰਡ ਸਕੁਅਰ, ਇੱਥੇ ਆ ਡੰਡਾ ਵੀ ਰਹਿਣ ਦਿੰਦੇ ਆ ਤੇ ਮਾਈਨਸ ਵੀ ਲਾ ਦਿੰਦੇ ਆ। ਇੱਕੋ ਚੀਜ਼ ਹੀ ਲੱਗਣੀ ਹੈ, ਜਾਂ ਤੁਸੀਂ ਡੰਡਾ ਲਾਓਗੇ ਤੇ ਫਿਰ ਇੱਥੇ ਪੋਜ਼ਿਟਿਵ, ਜੇ ਡੰਡਾ ਹਟਾਓਗੇ ਤੇ ਫਿਰ ਇੱਥੇ ਨੈਗੇਟਿਵ ਸਾਈਨ ਲੱਗੇਗਾ। ਸੋ 24 kg ਪਰ ਮੀਟਰ ਸਕੁਅਰ, ਮੈਨੂੰ ਇਦਾਂ ਲਿਖ ਲਿਆ ਹੁਣ 24 kg ਮੀਟਰ -2। ਤੇ ਆਪਾਂ ਇਹਨੂੰ ਕਿੱਦਾਂ ਲਿਖਦੇ ਆ, ਇਸ ਚੀਜ਼ ਨੂੰ ਕੀ ਬੋਲਦੇ ਆ, ਇਸ ਚੀਜ਼ ਨੂੰ ਬੋਲਦੇ ਆ ਨਿਊਟਨ, ਤੇ ਆਪਾਂ ਲਿਖਦੇ ਆ 24 ਨਿਊਟਨ। ਸੋ ਇੱਕ 6 ਕਿਲੋ ਦੀ ਬੋਡੀ ਦੇ ਵਿੱਚ ਜੇਕਰ ਤੁਸੀਂ 4 ਮੀਟਰ ਪਰ ਸੈਕਿੰਡ ਸਕੁਅਰ ਦੀ ਐਕਸਲਰੇਸ਼ਨ ਪੈਦਾ ਕਰਨੀ ਆ ਤੇ ਤੁਹਾਨੂੰ ਕਿੰਨੀ ਫੋਰਸ ਚਾਹੀਦੀ ਆ, 24 ਨਿਊਟਨ ਫੋਰਸ ਚਾਹੀਦੀ ਆ। ਇਸ ਤੋਂ ਅੱਗੇ ਅਸੀਂ ਅਗਲਾ ਨਿਊਮੈਰੀਕਲ ਦੇਖਦੇ ਹਾਂ। ਇਹ ਫੋਰਸ ਆਫ 80 ਨਿਊਟਨ ਐਕਟਿੰਗ on a mass for 3 seconds। A force of 80 Newton acting on a mass for 3 seconds। 3 सेकंड वास्ते 80 न्यूटन किसी बॉडी ते फोर्स लग रही है and gives it a velocity of 8 मीटर पर सेकंड। फाइंड मास। देखो स्टेटमेंट ਨੂੰ ਦੇਖੋ, ਕਿਹਾ ਗਿਆ ਵਾ ਕਿ ਇੱਕ ਇਹ ਫੋਰਸ ਆਫ 80 ਨਿਊਟਨ ਐਕਟਿੰਗ ਔਨ ਏ ਮਾਸ ਫॉर 3 ਸੈਕਿੰਡ। ਮਤਲਬ ਇੱਕ ਇੱਥੇ ਕੋਈ ਮਾਸ ਆ, ਇਹਦੇ ਤੇ ਕਿੰਨੀ ਫੋਰਸ ਲੱਗਣ ਡਈ ਆ, 80 ਨਿਊਟਨ।
ਕਿੰਨੇ ਸਮੇਂ ਵਾਸਤੇ 3 ਸਕਿੰਟਾਂ ਵਾਸਤੇ। ਹੁਣ ਦੇਖੋ ਜੇਕਰ ਇਸ ਬੋਡੀ ਦੇ ਉੱਪਰ ਇੰਨੀ ਫੋਰਸ ਲੱਗੇਗੀ 3 ਸੈਕਿੰਡ ਵਾਸਤੇ ਤੇ ਇਹਦੀ ਕੀ ਆ, ਇਹਦੀ ਵੈਲੋਸਿਟੀ ਬਣ ਜਾਏਗੀ ਕੋਈ ਨਾ ਕੋਈ, ਤੇ ਵੈਲੋਸਿਟੀ ਸਾਨੂੰ ਕਿੰਨੀ ਦਿੱਤੀ ਆ 8 ਮੀਟਰ ਪਰ ਸੈਕਿੰਡ। ਪਰ ਇਹਦਾ ਮਤਲਬ ਇਹ ਆ ਕਿ ਜਦੋਂ ਇਹਦੇ ਤੇ ਫੋਰਸ ਨਹੀਂ ਸੀ ਲੱਗਦੀ ਪਈ ਉਦੋਂ ਇਹਦੀ ਵੈਲੋਸਿਟੀ ਕੀ ਸੀ, 0 ਆ। ਹੁਣ ਦੇਖੋ ਅਸੀਂ ਪਹਿਲਾਂ ਲਿਖ ਲੈਂਦੇ ਆ ਸਾਨੂੰ ਕੀ ਗਿਵਨ ਆ, ਸਾਨੂੰ ਇੱਕ ਤੇ ਫੋਰਸ ਗਿਵਨ ਆ 80 ਨਿਊਟਨ, ਇੱਕ ਸਾਨੂੰ ਟਾਈਮ ਗਿਵਨ ਆ, ਟਾਈਮ ਕਿੰਨਾ ਦਿੱਤਾ 3 ਸੈਕਿੰਡ ਦਿੱਤਾ, ਤੇ ਫੋਰਸ ਲੱਗਣ ਤੇ ਵੈਲੋਸਿਟੀ ਕਿੰਨੀ ਹੋ ਗਈ 8 ਮੀਟਰ ਪਰ ਸੈਕਿੰਡ। ਫਾਈਨਲ ਵੈਲੋਸਿਟੀ v ਨਾਲ ਲਿਖੀ ਦੀ ਆ 8 ਮੀਟਰ ਪਰ ਸੈਕਿੰਡ। ਇਹਦਾ ਮਤਲਬ ਇਨੀਸ਼ੀਅਲ ਵੈਲੋਸਿਟੀ u ਨਾਲ ਲਿਖੀ ਦੀ ਆ ਕਿੰਨੀ ਹੋਏਗੀ 0 ਮੀਟਰ ਪਰ ਸੈਕਿੰਡ ਹੋਏਗੀ। ਹੁਣ m ਪਤਾ ਕਰਨ ਲਈ ਕਿਹਾ ਗਿਆ ਤੇ ਅਸੀਂ m ਕਿਵੇਂ ਕੈਲਕੂਲੇਟ ਕਰ ਸਕਦੇ ਹਾਂ, ਅਸੀਂ m ਕੱਢ ਸਕਦੇ ਹਾਂ f ਵਾਲੇ ਫਾਰਮੂਲੇ ਚੋਂ, ਕਿਉਂਕਿ f ਇਜ਼ ਇਕੁਅਲ ਟੂ ma ਹੁੰਦਾ। ਜੇ f ਸਾਨੂੰ ਗਿਵਨ ਆ ਤੇ a ਵੀ ਅਸੀਂ ਲੱਭ ਲਈਏ, f ਸਾਨੂੰ ਗਿਵਨ ਆ ਤੇ ਜੇਕਰ a ਵੀ ਲੱਭ ਲਈਏ ਤੇ ਅਸੀਂ m ਨੂੰ ਪਤਾ ਕਰ ਸਕਦੇ ਹਾਂ। ਅਸੀਂ ਐਕਸਲਰੇਸ਼ਨ ਪਤਾ ਕਰਦੇ ਹਾਂ ਤੇ ਐਕਸਲਰੇਸ਼ਨ ਸਾਨੂੰ ਕਿੱਥੋਂ ਲੱਭਣੀ ਆ, ਫਾਈਨਲ ਵੈਲੋਸਿਟੀ ਮਾਈਨਸ ਇਨੀਸ਼ੀਅਲ ਵੈਲੋਸਿਟੀ ਅਪੋਨ ਟਾਈਮ ਟੇਕਨ ਵਾਲੇ ਫਾਰਮੂਲੇ 'ਚ। ਅਸੀਂ ਇਸ m ਨੂੰ ਸੋਲਵ ਕਰਨ ਵਾਸਤੇ, ਮਤਲਬ m ਨੂੰ ਸੋਲਵ ਕਰਨ ਲਈ ਅਸੀਂ ਕੀ ਕਰਦੇ ਹਾਂ, ਫਾਰਮੂਲਾ ਲਗਾਉਂਦੇ ਆ ਪਹਿਲਾਂ ਐਕਸਲਰੇਸ਼ਨ ਦਾ v ਮਾਈਨਸ u ਅਪੋਨ t, ਤੇ v ਕਿੰਨੀ ਆ 8, ਇਨੀਸ਼ੀਅਲ ਵੈਲੋਸਿਟੀ 0, ਟਾਈਮ ਕਿੰਨਾ ਦਿੱਤਾ 3, ਐਕਸਲਰੇਸ਼ਨ ਕਿੰਨੀ ਆ ਗਈ 8/3 ਮੀਟਰ ਪਰ ਸੈਕਿੰਡ ਸਕੁਅਰ। ਤੇ ਹੁਣ ਅਸੀਂ ਕੀ ਕਰਾਂਗੇ, ਫੋਰਸ ਵਾਲਾ ਫਾਰਮੂਲਾ ਲਾਵਾਂਗੇ, we know F is equal to ma, ਤੇ ਇਸ ਇਕੁਏਸ਼ਨ ਤੋਂ ਆਪਾਂ ਲਿਖ ਸਕਦੇ ਹਾਂ m is equal to F/A, F/A ਲਿਖ ਲਾਂਗੇ। ਤੇ F ਕਿੰਨਾ ਸਾਡੇ ਕੋਲੋਂ 80, ਐਕਸਲਰੇਸ਼ਨ ਕਿੰਨੀ ਆ 8/3, ਨੀਚੇ 8/3 ਨਾਲ ਡਿਵਾਈਡ ਕਰੋ, m ਆਇਆ 80 ਗੁਣਾ 3/8। ਇਸ ਤਰੀਕੇ ਨਾਲ ਹੋਏਗੀ ਇਹ ਸੋਲਵ। ਤੇ ਇਹ 10 ਤੇ ਮਾਸ ਕਿੰਨਾ ਹੋ ਗਿਆ 10 ਗੁਣਾ 3 30 kg, ਮਤਲਬ ਮਾਸ ਸਾਡੇ ਕੋਲੋਂ ਕਿੰਨਾ ਆ ਗਿਆ 30 kg। ਇਹ 30 kg ਦੀ ਬੋਡੀ ਸੀ ਜਿਹੜੀ ਸਾਨੂੰ ਨਿਊਮੈਰੀਕਲ ਦੇ ਵਿੱਚ ਦਿੱਤੀ ਹੋਈ ਸੀ। ਹੁਣ ਅਸੀਂ ਨੈਕਸਟ ਨਿਊਮੈਰੀਕਲ ਦੇਖਦੇ ਹਾਂ। ਨੈਕਸਟ ਨਿਊਮੈਰੀਕਲ ਥੋੜਾ ਜਿਹਾ ਆਪਾਂ ਟਿਪੀਕਲ ਲੈਂਦੇ ਹਾਂ ਕਿ ਮੰਨ ਲਓ ਕਿ ਸਰਟਨ ਫੋਰਸ exerted for 1.2 second, raise the speed of an object from 1.8 meter per second to 4.2 meter per second. Later, this same force is applied for 2 seconds. How much the speed change in 2 seconds? ਪਹਿਲਾਂ ਤੇ ਇਹ ਵੇਖੋ ਕਿ ਮੈਂ ਲਿਖਿਆ ਕੀ ਹੈ, ਮੈਂ ਲਿਖਿਆ ਵਾ a certain force exerted for 1.2 second raise ਮਤਲਬ ਵਧਾਉਣਾ, the speed of an object from 1 meter per second to 4.2 meter per second, मतलब 4.2 meter per second. Later, this same force is applied for 2 seconds. How much the speed change in the 2 seconds? ਹੁਣ ਦੇਖੋ ਪਹਿਲਾਂ ਤੇ ਇਹਦੀ ਇੰਗਲਿਸ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਇਸ ਇੰਗਲਿਸ਼ ਦੀ ਸਟੇਟਮੈਂਟ ਦੇ ਵਿੱਚ ਕਿਹਾ ਕੀ ਗਿਆ ਵਾ। ਇਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਇੱਕ ਫੋਰਸ ਵਾ, ਇਹ ਸਰਟਨ ਫੋਰਸ ਆ ਜਿਹੜੀ ਕਿਸੇ ਬੋਡੀ ਤੇ 1.2 ਸੈਕਿੰਡ ਵਾਸਤੇ ਲੱਗਦੀ ਆ। ਮਤਲਬ ਕਿ ਇੱਥੇ ਇੱਕ ਬੋਡੀ ਆ, ਮੰਨ ਲਓ ਇਹ ਇੱਕ ਬੋਡੀ ਆ ਜਿਹਦਾ ਮਾਸ m, ਹੁਣ ਇਹਦੇ ਤੇ ਇੱਕ ਫੋਰਸ ਲੱਗਦੀ ਆ। ਫੋਰਸ ਕਿੰਨੇ ਸਮੇਂ ਵਾਸਤੇ ਲੱਗਣ ਡਈ ਆ, ਸਿਰਫ 1.2 ਸੈਕਿੰਡ। ਤੇ ਜੇਕਰ ਇਸ ਬੋਡੀ ਦੇ ਉੱਪਰ 1.2 ਸੈਕਿੰਡ ਲਈ ਫੋਰਸ ਲੱਗੇ ਤੇ ਇਹਦੀ ਸਪੀਡ
ਪਹਿਲਾਂ ਕਿੰਨੀ ਸੀ u 1.8 ਤੇ ਬਾਅਦ ਵਿੱਚ ਕਿੰਨੀ ਹੋ ਗਈ v = 4.2। ਮਤਲਬ ਸਟੇਟਮੈਂਟ ਦੇ ਵਿੱਚ ਇਹ ਕਿਹਾ ਗਿਆ ਵਾ ਕਿ ਕਿਸੇ ਬੋਡੀ ਦੇ ਉੱਪਰ ਫੋਰਸ ਲੱਗਦੀ ਆ ਕਿੰਨੇ ਸਮੇਂ ਵਾਸਤੇ 1.2 ਸੈਕਿੰਡ ਵਾਸਤੇ ਤੇ ਉਹਦੀ ਸਪੀਡ 1.8 ਤੋਂ 4.2 ਵੱਧ ਜਾਂਦੀ ਆ। ਮਤਲਬ ਪਹਿਲਾਂ ਕਿੰਨੀ ਸੀ 1.8 ਸੀ, ਫੋਰਸ ਲੱਗਣ ਤੇ 4.2 ਹੋ ਗਈ। ਫੋਰਸ ਕਿੰਨਾ ਚਿਰ ਲੱਗੀ 1.2 ਸੈਕਿੰਡ ਲਈ ਲੱਗੀ। ਕਹਿੰਦਾ ਬਾਅਦ ਵਿੱਚ ਲੇਟਰ ਦਿਸ ਸੇਮ ਫੋਰਸ ਇਜ਼ ਅਪਲਾਈਡ ਫॉर 2 ਸੈਕਿੰਡ। ਕਹਿੰਦਾ ਬਾਅਦ ਵਿੱਚ ਹੁਣ ਦੇਖੋ ਇਹ ਅੱਗੇ 4.2 ਨਾਲ ਮੂਵ ਕਰ ਰਹੀ ਆ ਹੁਣ ਕਿਉਂਕਿ ਫੋਰਸ ਲੱਗੀ ਇੱਥੇ ਅਸੀਂ ਦੇਖਿਆ ਬਾਅਦ ਵਿੱਚ 4.2 ਨਾਲ ਮੂਵ ਕਰ ਰਹੀ ਆ। ਕਹਿੰਦਾ ਫਿਰ ਬਾਅਦ ਵਿੱਚ ਇਹਦੇ ਤੇ 2 ਸਕਿੰਟ ਵਾਸਤੇ ਇਹੋ ਹੀ ਫੋਰਸ ਲੱਗੀ ਆ। ਕਹਿੰਦਾ ਹੁਣ ਕਿੰਨੀ ਸਪੀਡ ਚੇਂਜ ਹੋਊਗੀ। ਪਹਿਲਾਂ ਇਹਨੂੰ ਸਟੇਟਮੈਂਟ ਨੂੰ ਸਮਝੋ। ਦੇਖੋ ਇੰਗਲਿਸ਼ ਤੇ ਥੋੜਾ ਬਹੁਤ ਕਮਾਂਡ ਜ਼ਰੂਰ ਚਾਹੀਦੀ ਹੈ ਤੁਹਾਡੀ। ਮੈਂ ਫਿਰ ਇਹਦੇ ਵਿੱਚ ਇਹ ਗੱਲ ਕਹਿਣਾ ਇਹ ਸਟੇਟਮੈਂਟ ਕੀ ਆ, ਇਹ ਸਾਨੂੰ ਸਟੇਟਮੈਂਟ ਕੀ ਕਹਿ ਰਹੀ ਆ। ਇਹ ਸਟੇਟਮੈਂਟ ਸਾਨੂੰ ਕਹਿ ਰਹੀ ਆ ਕਿ ਇੱਕ ਬੋਡੀ ਆ, ਇਹ ਕੋਈ ਮੰਨ ਲਓ ਬੱਸ ਆ, ਇਹਦੇ ਉੱਪਰ ਕੋਈ ਫੋਰਸ ਲੱਗੀ ਆ F। ਹੁਣ ਦੇਖੋ ਜਦੋਂ ਇਹਦੇ ਤੇ ਫੋਰਸ F ਲੱਗੀ ਆ ਨਾ, ਪਹਿਲਾਂ ਇਹ ਕਿੰਨੀ ਸਪੀਡ ਦੇ ਨਾਲ ਜਾ ਰਹੀ ਸੀ u, ਪਹਿਲਾਂ ਇਹ ਸਪੀਡ ਨਾਲ ਜਾ ਰਹੀ ਸੀ 1.8 ਮੀਟਰ ਪਰ ਸੈਕਿੰਡ ਨਾਲ। ਜਦੋਂ ਇਹਦੇ ਤੇ ਆ ਫੋਰਸ ਲੱਗੀ ਆ ਤੇ ਇਹ ਫੋਰਸ ਨੇ ਕੀ ਕੀਤਾ, ਇਹਦੀ ਸਪੀਡ ਵਧਾਤੀ, ਸਪੀਡ ਵਧਾ ਦਿੱਤੀ। ਕਿੰਨੀ ਕਰਤੀ, ਉਹਨੇ ਕਰਤੀ 4.2 ਮੀਟਰ ਪਰ ਸੈਕਿੰਡ। ਤੇ ਇਹ ਫੋਰਸ ਕਿੰਨਾ ਸਮਾਂ ਲੱਗੀ ਆ, ਫੋਰਸ ਦਾ ਸਮਾਂ ਹੈਗਾ ਵਾ 1.2 ਸੈਕਿੰਡ। ਮਤਲਬ ਇੱਕ ਕਾਰ ਜਾਂ ਇੱਕ ਬੋਡੀ 1.8 ਮੀਟਰ ਪਰ ਸੈਕਿੰਡ ਦੇ ਨਾਲ ਜਾ ਰਹੀ ਸੀ, ਉਹਦੇ ਪਿੱਛੇ ਫੋਰਸ ਲੱਗੀ, ਫੋਰਸ ਲੱਗਣ ਨਾਲ ਇਹਦੀ ਸਪੀਡ ਕੀ ਹੋਈ, ਵੱਧ ਗਈ ਆ। ਪਰ ਫੋਰਸ ਕਿੰਨਾ ਚਿਰ ਲੱਗੀ ਆ, ਸਿਰਫ 1.2 ਸੈਕਿੰਡ ਲਈ ਲੱਗੀ ਆ। ਹੁਣ ਦੇਖੋ ਬਾਅਦ ਵਿੱਚ ਇਹ ਕੀ ਹੋਇਆ, ਦੇਖੋ ਇਹ ਬੋਡੀ ਹੁਣ ਅੱਗੇ ਇਦਾਂ ਹੀ ਜਾਈ ਜਾ ਰਹੀ ਆ, ਇੱਥੇ ਪਹੁੰਚ ਗਈ। ਇੱਥੇ ਕਿੰਨੀ ਸਪੀਡ ਨਾਲ ਜਾ ਰਹੀ ਆ, ਕਿਉਂਕਿ ਇਹਦੀ ਸਪੀਡ ਵੱਧ ਗਈ ਆ 4.2 ਨਾਲ ਮੀਟਰ ਪਰ ਸੈਕਿੰਡ ਨਾਲ। ਹੁਣ ਇਹਦੀ ਸਪੀਡ ਕੀ ਆ 4.2 ਮੀਟਰ ਪਰ ਸੈਕਿੰਡ ਨਾਲ ਤੁਰੀ ਜਾ ਰਹੀ ਆ। ਕਹਿੰਦਾ ਹੁਣ ਫਿਰ ਉਹੋ ਹੀ ਫੋਰਸ ਇਹਦੇ ਤੇ 2 ਸੈਕਿੰਡ ਲਈ ਲੱਗੀ ਆ। ਮਤਲਬ 2 ਸੈਕਿੰਡ ਵਾਸਤੇ ਫਿਰ ਉਹ ਫੋਰਸ ਲੱਗੀ ਆ। ਪਹਿਲਾਂ ਕਿੰਨਾ ਸਮਾਂ ਲੱਗੀ ਸੀ 1.2, 1.2 ਨੇ ਉਹਦੀ ਸਪੀਡ 1.8 ਤੋਂ 4.2 ਕਰਤੀ। ਹੁਣ 2 ਸੈਕਿੰਡ ਵਾਸਤੇ ਫਿਰ ਉਹ ਫੋਰਸ ਲੱਗੀ ਆ। ਕਹਿੰਦਾ ਹੁਣ ਇਹਦੀ ਕਿੰਨੀ ਸਪੀਡ ਵਧੂਗੀ, ਮਤਲਬ ਸਪੀਡ ਕਿੰਨੀ ਬਣੇਗੀ, ਹੁਣ ਕਿੰਨੀ ਸਪੀਡ ਬਣੇਗੀ। ਇਹ ਨਿਊਮੈਰੀਕਲ ਆ। ਆਸ ਕਰਦਾ ਕਿ ਤੁਹਾਨੂੰ ਹੁਣ ਪਤਾ ਲੱਗਾ ਹੋਏਗਾ ਕਿ ਨਿਊਮੈਰੀਕਲ 'ਚ ਪੁੱਛਿਆ ਕੀ ਗਿਆ ਵਾ। ਤੇ ਜੇ ਹੁਣ ਆਪਾਂ ਇਹਨੂੰ ਸੋਲਵ ਕਰੀਏ, ਸੋਲਵ ਕਰਨ ਵਾਸਤੇ ਸਾਨੂੰ ਕੀ ਚਾਹੀਦਾ ਵਾ, ਐਕਸਲਰੇਸ਼ਨ ਚਾਹੀਦੀ ਹੈ। ਪਹਿਲਾਂ ਦੇਖੋ ਇਹਨੂੰ ਸੋਲਵ ਕਰਨ ਦਾ ਤਰੀਕਾ ਕੀ ਆ। ਆਪਾਂ ਪਹਿਲਾਂ ਕੀ ਕਰਦੇ ਆ, ਜੋ ਗਿਵਨ ਆ ਉਹ ਲਿਖਦੇ ਆ। ਸਟਾਰਟਿੰਗ 'ਚ ਇਹਦੀ ਸਪੀਡ ਕਿੰਨੀ ਸੀ u 1.8 ਮੀਟਰ ਪਰ ਸੈਕਿੰਡ ਤੇ ਟਾਈਮ ਕਿੰਨਾ ਵਾ, ਮੰਨ ਲਓ t1 ਲਿਖ ਲੈਣਾ ਕਿਉਂਕਿ ਜੇ 2 ਟਾਈਮ ਆ, ਇੱਕ 2 ਸੈਕਿੰਡ ਦਾ ਵਾ ਤੇ ਇੱਕ 1.2 ਆ। ਇੱਕ ਨੂੰ t1 ਕਹਿ ਦਿੰਦੇ, ਇੱਕ ਨੂੰ t2 ਕਹਿ ਦਿੰਦੇ। ਜਦੋਂ ਕਿਸੇ ਚੀਜ਼ ਦੇ ਵਿੱਚ 2 ਚੀਜ਼ਾਂ ਹੋਣ ਨਾ, ਫਿਰ t1 t2 ਜਾਂ u1 u2 v1 v2 ਇਦਾਂ ਵੀ ਲਿਖ ਸਕਦੇ ਆ। ਟਾਈਮ ਹੈਗਾ 1.2 ਸੈਕਿੰਡ ਦਾ ਤੇ ਫਾਈਨਲ ਸਪੀਡ ਕਿੰਨੀ ਆ v, ਕਿੰਨੀ 4.2 ਮੀਟਰ ਪਰ ਸੈਕਿੰਡ। ਆਪਾਂ ਐਕਸਲਰੇਸ਼ਨ ਕੱਢ ਲੈਂਦੇ ਪਹਿਲਾਂ। ਐਕਸਲਰੇਸ਼ਨ v - u/t, v ਕਿੰਨੀ ਆ 4.2, u 1.8, ਟਾਈਮ 1.2 ਤੇ ਤੁਸੀਂ ਇਹਨੂੰ ਸੋਲਵ ਕਰੋ। ਸੋਲਵ ਕਰੋਗੇ ਨਾ ਤਾਂ ਤੁਹਾਡੇ ਕੋਲ ਜਵਾਬ ਆਉਣਾ ਵਾ 2 ਮੀਟਰ ਪਰ ਸੈਕਿੰਡ ਸਕੁਅਰ। ਐਕਸਲਰੇਸ਼ਨ ਆ ਜਾਣੀ ਆ 2 ਮੀਟਰ ਪਰ ਸੈਕਿੰਡ ਸਕੁਅਰ। ਹੁਣ ਦੇਖੋ ਆ ਜਿਹੜੀ ਫੋਰਸ ਲੱਗੀ ਆ, ਇਹਨੇ ਇਸ ਬੋਡੀ ਦੇ ਵਿੱਚ ਕਿੰਨੀ ਐਕਸਲਰੇਸ਼ਨ ਪੈਦਾ ਕਰਤੀ ਆ 2 ਮੀਟਰ ਪਰ ਸੈਕਿੰਡ ਸਕੁਅਰ ਦੇ ਨਾਲ। ਠੀਕ ਆ। ਹੁਣ ਅਗਲੀ ਗੱਲ ਕਰਦੇ ਆ, ਉਹਨੇ ਜਿਹੜਾ ਇੱਥੇ ਕਿਹਾ ਲੇਟਰ। ਲੇਟਰ ਦੇ ਵਿੱਚ ਕੀ ਆ, ਮੈਂ ਇਹਨੂੰ ਕੇਸ 1 ਕਹਿੰਦਾ। ਕੇਸ 1 ਮਤਲਬ ਆ ਲੇਟਰ ਤੋਂ ਪਹਿਲਾਂ ਦੀ ਗੱਲ ਆ ਵਾਲੀ ਆ। ਤੇ ਲੇਟਰ ਤੋਂ ਬਾਅਦ ਚ ਕੇਸ 2 ਅਸੀਂ ਜ਼ਿਕਰ ਕੀਤਾ ਸੀ ਨਾ ਬਾਅਦ ਵਿੱਚ ਕਿ ਇਹਦੇ ਤੇ ਫਿਰ 2 ਸੈਕਿੰਡ ਵਾਸਤੇ ਫੋਰਸ ਲੱਗੀ ਆ ਤੇ ਹੁਣ ਇਹਦੀ ਸਪੀਡ ਕਿੰਨੀ ਬਣ ਜਾਏਗੀ। ਹੁਣ ਦੇਖੋ ਸਾਨੂੰ ਟਾਈਮ ਕਿੰਨਾ ਦਿੱਤਾ, ਇਹਨੂੰ ਮੈਂ t2 ਕਹਿ ਦਿੰਦਾ। ਕਿੰਨਾ ਦਿੱਤਾ 2 ਸੈਕਿੰਡ ਤੇ ਐਕਸਲਰੇਸ਼ਨ ਕਿੰਨੀ ਆ ਬੋਡੀ ਦੀ ਅਸੀਂ ਕੱਢ ਲਈ ਆ 2 ਮੀਟਰ ਪਰ
ਸੈਕਿੰਡ ਸਕੁਅਰ। ਤੇ ਹੁਣ ਅਸੀਂ u ਕਿਹਨੂੰ ਮੰਨਾਂਗੇ, ਕਿਉਂਕਿ ਅਸੀਂ ਫਾਈਨਲ ਵੈਲੋਸਿਟੀ ਕੈਲਕੂਲੇਟ ਕਰਨੀ ਆ, ਅਸੀਂ u ਕਿਹਨੂੰ ਮੰਨਾਂਗੇ। ਹੁਣ u ਸਾਡੀ ਆ ਇਹ ਵਾਲੀ 4.2, ਉਹ ਕਿਵੇਂ ਮੈਂ ਦੱਸਦਾ। ਫਾਈਨਲ ਵੈਲੋਸਿਟੀ ਸਾਨੂੰ ਕੱਢਣ ਲਈ ਕਹੀ ਗਈ ਆ। ਦੇਖੋ ਇੱਥੇ ਕੀ ਕਿਹਾ ਗਿਆ ਸੀ ਕਿ ਫੋਰਸ ਲੱਗੀ ਆ ਤੇ ਇਹਦੀ ਸਪੀਡ ਬਦਲ ਗਈ। ਸਪੀਡ ਕਿੰਨੀ ਆ ਗਈ 4.2। ਹੁਣ ਇਹ 4.2 ਦੇ ਨਾਲ ਕੀ ਕਰਦਾ ਪਿਆ ਵਾ, ਮੂਵ ਕਰਦਾ ਪਿਆ ਵਾ। 4.2 ਸਪੀਡ ਹੋ ਗਈ। 4.2 ਸਪੀਡ ਹੋਣ ਤੇ ਇਹਦੇ ਤੇ ਫਿਰ ਉਹ ਫੋਰਸ ਲੱਗੀ। ਕਹਿਣ ਦਾ ਮਤਲਬ ਆ ਕਿ ਪਹਿਲਾਂ ਇਹ ਕਿੰਨੀ ਸਪੀਡ ਦੇ ਨਾਲ ਸੀ 1.8 ਨਾਲ, ਇਹਦੇ ਤੇ ਪਿੱਛੋਂ ਫੋਰਸ ਲੱਗੀ, ਕਿੰਨਾ ਸਮਾਂ ਲੱਗੀ 1.2 ਸੈਕਿੰਡ, ਤੇ ਇਹਦੀ ਸਪੀਡ ਕਿੰਨੀ ਹੋ ਗਈ, ਇਹਦੀ ਸਪੀਡ ਹੋ ਗਈ 4.2। ਹੁਣ ਕਹਿੰਦਾ ਫਿਰ ਇਹਦੇ ਤੇ ਫੋਰਸ ਲੱਗੀ ਆ, ਫੋਰਸ ਲੱਗੀ ਕਿੰਨੇ ਸਮੇਂ ਲਈ 2 ਸੈਕਿੰਡ ਵਾਸਤੇ। ਕਹਿੰਦਾ ਹੁਣ ਇਹਦੀ ਸਪੀਡ ਕਿੰਨੀ ਹੋ ਗਈ, ਮਤਲਬ ਹੁਣ ਸਪੀਡ ਪਤਾ ਕਰੋ ਜਿਹੜੀ ਅਗਲੀ ਕਿੰਨੀ ਵੱਧ ਗਈ ਆ। ਜਦੋਂ ਆਪਾਂ ਆਹ ਕੇਸ ਕੀਤਾ ਸੀ, ਇਨੀਸ਼ੀਅਲ ਆ ਸੀ ਤੇ ਫਾਈਨਲ ਆ ਸੀ। ਹੁਣ ਅਸੀਂ ਅਗਲੀ ਗੱਲ ਕਰਨ ਡਏ ਆ। ਹੁਣ ਅਗਲੀ ਦੇ ਵਿੱਚ ਇਨੀਸ਼ੀਅਲ ਆ ਵਾ ਤੇ ਫਾਈਨਲ ਅਸੀਂ ਪਤਾ ਕਰਨੀ ਆ। ਹੁਣ ਇਨੀਸ਼ੀਅਲ ਕੀ ਲਵਾਂਗੇ 4.2, ਇੱਥੇ ਅਸੀਂ 4.2 ਇਨੀਸ਼ੀਅਲ ਲੈ ਲਈ u, ਫਾਈਨਲ ਅਸੀਂ ਪਤਾ ਕਰਨੀ ਆ। ਤੇ ਕਿਵੇਂ, ਕਿਹੜਾ ਫਾਰਮੂਲਾ ਲਗਾਵਾਂਗੇ ਅਸੀਂ ਫਾਈਨਲ ਸਪੀਡ ਪਤਾ ਕਰਨ ਲਈ। ਹੁਣ ਅਸੀਂ ਫਾਰਮੂਲਾ ਲਗਾਵਾਂਗੇ, ਅਸੀਂ ਜਿਹੜੇ 3 ਫਾਰਮੂਲੇ ਪਿਛਲੇ ਚੈਪਟਰ ਦੇ ਵਿੱਚ ਕੀਤੇ ਆ, ਉਹਦੇ ਵਿੱਚ ਇੱਕ ਫਾਰਮੂਲਾ ਸੀ v = u + at। ਹੁਣ ਦੇਖੋ ਮੈਨੂੰ ਕਿੱਦਾਂ ਪਤਾ ਲੱਗਾ ਵੀ ਇਹੋ ਹੀ ਫਾਰਮੂਲਾ ਲੱਗਣਾ। ਉਹਦੇ ਵਿੱਚ ਤੇ 3 ਫਾਰਮੂਲੇ ਜਾਂ 2 ਫਾਰਮੂਲੇ ਹੋਰ ਵੀ ਸੀ। ਇੱਕ ਆ ਵੀ ਸੀ v² - u² 2as ਵਾਲਾ ਵੀ। ਇੱਕ ਫਾਰਮੂਲਾ ਉਹਦੇ 'ਚ ਇਹ ਸੀ s = ut + ½ at²। ਇੱਕ ਆਹ ਫਾਰਮੂਲਾ ਸੀ, ਇੱਕ ਆਹ ਫਾਰਮੂਲਾ ਸੀ, ਤੇ ਇੱਕ ਆਹ ਸੀ। ਤਿੰਨਾਂ ਦੇ ਵਿੱਚੋਂ ਕਿਹੜਾ ਫਾਰਮੂਲਾ ਲੱਗਣਾ ਵਾ, ਇਹ ਮੈਨੂੰ ਇਹਨਾਂ ਨੇ ਦੱਸਣਾ ਵਾ ਕਿ ਜੋ ਚੀਜ਼ਾਂ ਇੱਥੇ ਮੇਰੇ ਕੋਲੋਂ ਹੈਗੀਆਂ ਵਾ। ਇਹਦੇ ਵਿੱਚ ਦੇਖੋ ਮੇਰੇ ਕੋਲੋਂ v ਪਤਾ ਕਰਨੀ ਆ, ਇਸ ਫਾਰਮੂਲੇ 'ਚ v ਨਹੀਂ ਆਉਂਦੀ, ਇਹ ਤਾਂ ਲੱਗਣਾ ਹੀ ਨਹੀਂ। ਹੁਣ ਆਹ 2 ਫਾਰਮੂਲੇ ਰਹਿ ਗਏ, ਇਹਦੇ ਵਿੱਚ v ਹੈਗੀ ਆ, ਇਹਦੇ 'ਚ ਵੀ v ਹੈਗੀ ਆ। ਪਰ ਇਸ ਫਾਰਮੂਲੇ ਦੇ ਵਿੱਚ, ਇਸ ਫਾਰਮੂਲੇ ਵਾਲ ਵੇਖੋ, ਇਹਦੇ 'ਚ s ਵਾ ਡਿਸਟੈਂਸ, ਤੇ ਇੱਥੇ ਸਾਨੂੰ ਡਿਸਟੈਂਸ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਕਿ ਕਿੰਨੀ ਡਿਸਟੈਂਸ ਕਵਰ ਹੋਈ ਆ। ਇਹਦਾ ਮਤਲਬ s ਵੀ ਨਹੀਂ ਲੱਗਣਾ, ਕਿਉਂਕਿ ਦੇਖੋ v ਅਸੀਂ ਪਤਾ ਕਰਨਾ ਵਾ, s ਸਾਨੂੰ ਪਤਾ ਨਹੀਂ ਆ। ਇੱਕੋ ਫਾਰਮੂਲੇ ਦੇ ਵਿੱਚ 2 ਚੀਜ਼ਾਂ ਸਾਨੂੰ ਨਾ ਪਤਾ ਹੋਣ ਤੇ ਅਸੀਂ ਫਾਰਮੂਲਾ ਨਹੀਂ ਲਗਾ ਸਕਦੇ। ਹੁਣ ਆਹ ਫਾਰਮੂਲਾ ਰਹਿ ਗਿਆ, ਇਹ ਫਾਰਮੂਲੇ 'ਚ v ਅਸੀਂ ਪਤਾ ਕਰਨੀ ਆ। ਸਵਾਲ ਕਹਿੰਦਾ u ਵੀ ਸਾਨੂੰ ਦਿੱਤਾ, a ਵੀ ਸਾਨੂੰ ਦਿੱਤਾ, ਤੇ t ਵੀ ਸਾਨੂੰ ਦਿੱਤਾ। ਤੇ ਜੇ ਅਸੀਂ v ਹੁਣ ਪਤਾ ਕਰੀਏ, u ਕਿੰਨੀ ਆ 4.2, ਐਕਸਲਰੇਸ਼ਨ ਕਿੰਨੀ ਆ 2, ਸਮਾਂ ਕਿੰਨਾ ਵਾ 2। ਤੇ ਜੇ ਤੁਸੀਂ ਇਹਨੂੰ ਸੋਲਵ ਕਰੋ ਤੇ 2 ਦੂਣੀ 4, 4 + 4.2 8.2 ਮੀਟਰ ਪਰ ਸੈਕਿੰਡ। ਮਤਲਬ ਫਾਈਨਲ ਰਿਜ਼ਲਟ ਕਿੰਨਾ ਆਇਆ 8.2 ਮੀਟਰ ਪਰ ਸੈਕਿੰਡ। ਪਰ ਇਹਨੇ ਪੁੱਛਿਆ ਵਾ ਹਾਊ ਮੱਚ ਦਾ ਸਪੀਡ ਚੇਂਜ ਇਨ 2 ਸੈਕਿੰਡ, ਮਤਲਬ ਕਿ 2 ਸਕਿੰਟਾਂ ਦੇ ਵਿੱਚ ਸਪੀਡ ਕਿੰਨੀ ਚੇਂਜ ਹੋਈ ਆ। ਕਿੰਨੀ ਚੇਂਜ ਹੋਈ ਆ, ਇਨੀਸ਼ੀਅਲ ਕਿੰਨੀ ਆ 4.2, ਚੇਂਜ ਅਸੀਂ ਕਿੱਦਾਂ ਕੱਢਾਂਗੇ, ਚੇਂਜ ਫਾਈਨਲ ਮਾਈਨਸ ਇਨੀਸ਼ੀਅਲ। ਫਾਈਨਲ ਕਿੰਨੀ ਆ 8.2 ਤੇ ਪਹਿਲਾਂ ਕਿੰਨੀ ਸੀ 4.2, ਤੇ ਚੇਂਜ ਹੋਈ ਆ 4 ਮੀਟਰ ਪਰ ਸੈਕਿੰਡ। 4 ਮੀਟਰ ਪਰ ਸੈਕਿੰਡ ਸਾਡਾ ਆਨਸਰ ਆ। ਦੇਖੋ ਲਾਸਟ ਦੇ ਲਾਈਨ ਨੂੰ ਜ਼ਰੂਰ ਪੜ੍ਹਨਾ। ਇਹਨੇ ਪੁੱਛਿਆ ਹਾਊ ਮੱਚ ਦਾ ਸਪੀਡ ਚੇਂਜ ਇਨ 2 ਸੈਕਿੰਡ। ਚੇਂਜ ਪਤਾ ਕਰਨੀ ਆ ਤੇ ਆਪਾਂ ਨੂੰ ਦੱਸਣਾ ਪਊਗਾ ਕਿ ਇਨੀਸ਼ੀਅਲ ਤੇ ਫਾਈਨਲ ਦਾ ਡਿਫਰੈਂਸ। ਜੇ ਉਹਨੇ ਸਿੱਧਾ ਪੁੱਛਿਆ ਹੁੰਦਾ ਕਿ ਫਾਈਨਲ ਸਪੀਡ ਕਿੰਨੀ ਆ, ਤੇ ਸਾਡਾ ਨਿਊਮੈਰੀਕਲ ਇੱਥੇ ਮੁੱਕ ਜਾਣਾ ਸੀ। ਫਾਈਨਲ ਸਪੀਡ ਕਿੰਨੀ ਆ 8.2 ਮੀਟਰ ਪਰ ਸੈਕਿੰਡ। ਪਰ ਉਹਨੇ ਕੀ ਪੁੱਛ ਲਿਆ, ਚੇਂਜ ਦੱਸੋ। ਤੇ ਚੇਂਜ ਅਸੀਂ ਕਿੱਦਾਂ ਪਤਾ ਕਰਨੀ ਆ, ਫਾਈਨਲ ਤੇ ਇਨੀਸ਼ੀਅਲ ਦਾ ਡਿਫਰੈਂਸ ਦੇਖ ਕੇ। ਹੁਣ ਅਸੀਂ 1-2 ਨਿਊਮੈਰੀਕਲ ਇੰਪਲਸ ਦੇ ਦੇਖ ਲੈਂਦੇ ਆ। ਇੰਪਲਸ ਦਾ ਫਾਰਮੂਲਾ ਸਾਡੇ ਕੋਲੋਂ ਕੀ ਸੀ, I = ਫੋਰਸ ਗੁਣਾ ਟਾਈਮ। ਅਸੀਂ ਇੰਪਲਸ ਦਾ ਨਿਊਮੈਰੀਕਲ ਦੇਖਦੇ ਹਾਂ ਕਿ ਇਫ 10 ਨਿਊਟਨ ਫੋਰਸ is applied on a 5 kg bat in 0.1 second, find impulse। ਦੇਖੋ ਜਿਵੇਂ ਅਸੀਂ ਕਹਿੰਦੇ ਨਾ ਕਿ ਇੱਥੇ ਇੱਕ ਬੈਟ ਆ ਤੇ ਇਧਰੋਂ ਇੱਕ ਬਾਲ ਆਈ, ਸਾਡੇ ਕੋਲੋਂ ਇੱਕ ਬਾਲ ਆਈ। ਇਸ ਕੇਸ ਦੇ ਵਿੱਚ ਕੀ ਹੁੰਦਾ ਵਾ, ਜਦੋਂ ਬੈਟਸਮੈਨ ਬਾਲ ਨੂੰ ਮਾਰਦਾ ਵਾ ਨਾ,
ਤੇ ਬੋਲ ਦਾ ਤੇ ਬੈਟ ਦਾ ਕੰਟੈਕਟ ਬਹੁਤ ਥੋੜੇ ਸਮੇਂ ਵਾਸਤੇ ਹੁੰਦਾ। ਇਹਨੇ ਜ਼ੋਰ ਨਾਲ ਪਿੱਛੋਂ ਬੈਟ ਲਿਆਂਦਾ, ਪਿੱਛੋਂ ਇਧਰੋਂ ਗੇਂਦ ਆ ਰਹੀ ਆ, ਇਹਨੇ ਗੇਂਦ ਨੂੰ ਹਿੱਟ ਕਰਤਾ। ਤੇ ਸਾਨੂੰ ਪਤਾ ਵਾ ਕਿ ਜੇ ਅਸੀਂ ਕਹੀਏ ਕਿ ਆਹ ਬੈਟ ਆ, ਬੈਟ ਦਾ ਤੇ ਇਸ ਬੋਲ ਦਾ ਜਿਹੜਾ ਆਪਸੀ ਕੰਟੈਕਟ ਵਾ ਉਹ ਬਹੁਤ ਥੋੜੇ ਸਮੇਂ ਵਾਸਤੇ ਰਹਿੰਦਾ ਵਾ। ਤੇ ਜਿਹੜੀ ਇਦਾਂ ਦੀ ਫੋਰਸ ਆ ਜਿਹੜੀ ਬਹੁਤ ਥੋੜੇ ਸਮੇਂ ਲਈ ਲੱਗਦੀ ਆ, ਅਸੀਂ ਉਹਨੂੰ ਬੋਲ ਦਿੰਦੇ ਆ ਇੰਪਲਸ। ਇਹ ਕੀ ਆ? ਇੰਪਲਸ ਆ। ਇੱਥੇ ਇਹੋ ਗੱਲ ਕਹੀ ਆ ਕਿ 10 ਨਿਊਟਨ ਫੋਰਸ ਲੱਗੀ ਆ, ਕਿੰਨੇ ਸਮੇਂ ਲਈ ਲੱਗੀ ਆ? 0.1 ਸੈਕਿੰਡ ਲਈ। ਕਿਹਦੇ ਉੱਤੇ ਲੱਗੀ ਆ? 5 ਕਿਲੋ ਦੇ ਬੈਟ ਦੇ ਉੱਤੇ ਲੱਗੀ ਆ। ਆਹ ਬੈਟ 5 ਕਿਲੋ ਦਾ ਵਾ ਤੇ ਇਧਰੋਂ ਬੋਲ ਆਈ ਆ ਤੇ ਉਹਨੇ ਫੋਰਸ ਲਗਾਈ ਆ ਤੇ ਟਾਈਮ ਸਾਨੂੰ ਦਿੱਤਾ। ਅਸੀਂ ਇੰਪਲਸ ਕੈਲਕੂਲੇਟ ਕਰਾਂਗੇ। ਇਹ 'ਚ ਮਾਸ ਵੀ ਦਿੱਤਾ ਵਾ 5 kg, ਪਰ ਸਾਨੂੰ ਉਹਦੀ ਸ਼ਾਇਦ ਜ਼ਰੂਰਤ ਹੀ ਨਾ ਪਵੇ, ਕਿਉਂਕਿ ਇੰਪਲਸ ਦਾ ਫਾਰਮੂਲਾ ਕੀ ਆ? ਫੋਰਸ ਇਨਟੂ ਟਾਈਮ। ਤੇ ਫੋਰਸ 10 ਨਿਊਟਨ ਤੇ ਟਾਈਮ 0.1 ਸੈਕਿੰਡ। ਤੇ ਇੰਪਲਸ ਕਿੰਨੀ ਆ ਗਈ? 10 ਨੂੰ 0.1 ਨਾਲ ਗੁਣਾ ਕਰੋਗੇ ਤੇ ਕੀ ਆ ਜਾਣਾ? 1 ਆ ਜਾਣਾ। 1 ਨਿਊਟਨ, ਆਹ ਵਾਲਾ ਨਿਊਟਨ ਸੈਕਿੰਡ। ਹੁਣ ਦੇਖੋ ਇੰਪਲਸ ਕੀ ਆ ਗਈ? 1 ਨਿਊਟਨ ਸੈਕਿੰਡ। ਇੱਥੋਂ ਇੱਕ ਗੱਲ ਦਾ ਯਾਦ ਵੀ ਰੱਖਣਾ ਕਿ ਇੰਪਲਸ ਦਾ ਯੂਨਿਟ ਕੀ ਆ? ਯੂਨਿਟ ਮਤਲਬ ਕਾਹਦੇ ਵਿੱਚ ਮਾਪਦੇ ਆ? ਨਿਊਟਨ ਸੈਕਿੰਡ ਦੇ ਵਿੱਚ ਮਾਪਦੇ ਆ। ਕਈ ਵਾਰੀ ਆਪਾਂ ਇਦਾਂ ਲਿਖ ਦਿੰਦੇ ਆ NS, S ਛੋਟਾ ਲਿਖ ਦਿੰਦੇ ਆ, ਨਿਊਟਨ ਸੈਕਿੰਡ। ਹੁਣ ਅਸੀਂ ਨੈਕਸਟ ਨਿਊਮੈਰੀਕਲ ਦੇਖਦੇ ਆ ਮੋਮੈਂਟਮ ਦੇ। ਅਸੀਂ ਪੜਿਆ ਸੀ ਕਿ ਮੋਮੈਂਟਮ ਦਾ ਫਾਰਮੂਲਾ ਕੀ ਆ? P = mv। ਮਤਲਬ ਮੋਮੈਂਟਮ P ਨਾਲ ਲਿਖੀਦਾ ਵਾ, ਮਾਸ ਤੇ ਵੈਲੋਸਿਟੀ ਦੀ ਗੁਣਾ। ਹੁਣ ਜੇਕਰ ਮੈਂ ਸਿੰਪਲ ਇੱਕ ਨਿਊਮੈਰੀਕਲ ਕਰਾਂ ਕਿ ਮੰਨ ਲਓ ਇੱਕ ਬੋਡੀ ਆ M ਤੇ ਇਹਦਾ ਸਾਨੂੰ ਮਾਸ ਦਿੱਤਾ ਵਾ 75 ਕਿਲੋ। ਉੱਪਰ ਸਟੇਟਮੈਂਟ ਬਣਾਈ ਹੋਏਗੀ ਕਿ ਵਟ ਇਜ਼ ਦਾ ਮੋਮੈਂਟਮ ਆਫ ਦਾ ਬੋਡੀ ਹੈਵਿੰਗ ਮਾਸ 75 kg ਤੇ ਵੈਲੋਸਿਟੀ ਦਿੱਤੀ ਹੋਵੇ। ਤੇ ਮੈਂ ਕਹਾਂ ਇਹਦੀ ਵੈਲੋਸਿਟੀ ਹੈਗੀ ਆ ਮੰਨ ਲਓ 2 ਮੀਟਰ ਪਰ ਸੈਕਿੰਡ। ਤੇ ਸਾਨੂੰ ਕਿਹਾ ਜਾਵੇ ਕਿ ਇਹਦਾ ਮੋਮੈਂਟਮ ਪਤਾ ਕਰੋ। ਤੇ ਮੋਮੈਂਟਮ ਅਸੀਂ ਸਿੱਧਾ ਹੀ ਕੱਢ ਦੇਣਾ, ਮਾਸ 75 kg, ਵੈਲੋਸਿਟੀ 2 ਮੀਟਰ ਪਰ ਸੈਕਿੰਡ। 75 ਨੂੰ 2 ਨਾਲ ਗੁਣਾ ਕੀਤਾ 150 kg ਮੀਟਰ ਪਰ ਸੈਕਿੰਡ। ਇਹ ਮੋਮੈਂਟਮ ਦਾ ਯੂਨਿਟ ਆ, ਧਿਆਨ ਰੱਖਣਾ, ਕਿਲੋਗ੍ਰਾਮ ਮੀਟਰ ਪਰ ਸੈਕਿੰਡ। ਮੋਮੈਂਟਮ ਕਿੰਨਾ ਆ ਗਿਆ ਇਹਦਾ? 150 ਕਿਲੋਗ੍ਰਾਮ ਮੀਟਰ ਪਰ ਸੈਕਿੰਡ। ਹੁਣ ਅਸੀਂ ਨੈਕਸਟ ਨਿਊਮੈਰੀਕਲ ਦੇਖਦੇ ਹਾਂ। ਇਹ ਸਿੰਪਲ, ਵੈਸੇ ਮੈਂ ਜੇ ਤੁਹਾਨੂੰ ਇੱਕ ਰਿਮਾਈਂਡਰ ਹੀ ਦਵਾਇਆ ਫਾਰਮੂਲੇ ਦਾ ਕਿ ਇਸ ਤਰੀਕੇ ਨਾਲ ਆਪਾਂ ਕਰਦੇ ਹਾਂ। ਹੁਣ ਆਪਾਂ ਨੈਕਸਟ ਨਿਊਮੈਰੀਕਲ ਦੇਖਦੇ ਹਾਂ, ਉਹਦੀ ਸਟੇਟਮੈਂਟ ਵੀ ਦੇਖਦੇ ਹਾਂ। ਕਿ ਮੰਨ ਲਓ ਸਾਡੇ ਕੋਲ ਨਿਊਮੈਰੀਕਲ ਆ ਇੱਕ ਕਿ ਇਹ ਬੋਡੀ ਆਫ ਮਾਸ 5 kg moving with velocity 10 meter per second stops after 1 second. Find the change in momentum. ਕੀ ਕਿਹਾ ਗਿਆ ਜੀ? ਇਹ ਬੋਡੀ ਆਫ ਮਾਸ 5 kg ਮੂਵਿੰਗ ਵਿਦ ਵੈਲੋਸਿਟੀ 10 ਮੀਟਰ ਪਰ ਸੈਕਿੰਡ। ਇੱਕ 5 ਕਿਲੋ ਦੀ ਬੋਡੀ ਆ, ਮਾਸ 5 kg, ਕਿੰਨੀ ਵੈਲੋਸਿਟੀ ਦੇ ਨਾਲ ਮੂਵ ਕਰ ਰਹੀ ਆ? 10 ਮੀਟਰ ਪਰ ਸੈਕਿੰਡ ਦੇ ਨਾਲ। ਇਹ ਬੋਡੀ ਆਫ ਮਾਸ 5 kg ਮੂਵਿੰਗ ਵਿਦ ਵੈਲੋਸਿਟੀ 10 ਮੀਟਰ ਪਰ ਸੈਕਿੰਡ ਸਟਾਪਸ ਆਫਟਰ 1 ਸੈਕਿੰਡ। ਮਤਲਬ 1 ਸੈਕਿੰਡ ਬਾਅਦ ਇਹਨੇ ਕੀ ਆ? ਰੁਕ ਜਾਣਾ। ਮਤਲਬ 5 ਕਿਲੋ ਦੀ ਬੋਡੀ 10 ਮੀਟਰ ਪਰ ਸੈਕਿੰਡ ਦੇ ਨਾਲ ਜਾ ਰਹੀ ਆ, ਰੁਕਣਾ ਵਾ ਤੇ ਇਹਨੂੰ ਯੂ ਕਵਾਂਗੇ। ਹੁਣ ਦੇਖੋ ਇੱਥੇ ਇੰਨਾ ਸਫ਼ਰ ਤੈਅ ਕਰਦਿਆਂ 1 ਸੈਕਿੰਡ ਬੀਤ ਗਿਆ ਤੇ ਇਹ ਰੁਕ ਗਈ। ਮਤਲਬ ਇਹ ਹੁਣ ਇਹਦੀ ਰੁਕ ਗਈ ਆ। ਵੈਲੋਸਿਟੀ ਕਿੰਨੀ ਹੋ ਗਈ ਇਹਦੀ? 0। ਸਾਨੂੰ ਪੁੱਛਿਆ ਵਾ ਕਿ ਮੋਮੈਂਟਮ ਕਿੰਨਾ ਚੇਂਜ ਹੋਇਆ। ਪਹਿਲਾਂ ਅਸੀਂ ਦੇਖਦੇ ਹਾਂ ਇਹਦਾ ਮਾਸ ਕਿੰਨਾ ਸੀ? 5 kg। ਇਨੀਸ਼ੀਅਲ ਵੈਲੋਸਿਟੀ ਕਿੰਨੀ ਆ? ਸਟਾਰਟਿੰਗ ਵਾਲੀ 10 ਮੀਟਰ ਪਰ ਸੈਕਿੰਡ। ਆਪਾਂ ਕੀ ਕਰਦੇ ਹਾਂ? ਇਨੀਸ਼ੀਅਲ ਮੋਮੈਂਟਮ ਕੱਢ ਲੈਂਦੇ ਹਾਂ। ਇਨੀਸ਼ੀਅਲ ਮੋਮੈਂਟਮ ਮਤਲਬ ਪਹਿਲਾਂ ਮੋਮੈਂਟਮ ਜਦੋਂ ਬੋਡੀ ਚੱਲਦੀ ਪਈ ਸੀ, ਉਹਨੂੰ ਆਪਾਂ PI ਲਿਖ ਦਿੰਦੇ ਹਾਂ। I ਮਤਲਬ ਇਨੀਸ਼ੀਅਲ, ਇਨੀਸ਼ੀਅਲ ਦਾ ਮਤਲਬ ਹੁੰਦਾ ਸਟਾਰਟਿੰਗ ਵਾਲਾ। ਮਾਸ ਵੈਲੋਸਿਟੀ U 5 × 10
50 किलोग्राम मीटर पर सैकेंड इनिशियल मोमेंटम। फाइनल मोमेंटम देखते हैं। फाइनल मोमेंटम PF, मास तो नहीं बदलिया, फाइनल वेलोसिटी V ना लिखी दी आ। हुण मास 5 किलो, फाइनल वेलोसिटी 0, क्योंकि 0 होगी, मोमेंटम 0 किलोग्राम मीटर पर सैकेंड, ये साडा फाइनल मोमेंटम आ। ते जे सानू पूछा गया चेंज इन मोमेंटम, जे उन्हें सीधा पूछा हो ना कि फाइंड द फाइनल मोमेंटम 0 कह देना सी, पर उन्हें पूछा वा चेंज इन मोमेंटम। चेंज इन मोमेंटम का मतलब की आ, फाइनल चो इनिशियल घटा दो या इनिशियल चो फाइनल घटा दो। सानू पता वा कि पहला कितना सी, आपां की करते हैं इनिशियल मोमेंटम चो फाइनल मोमेंटम घटा देंगे। इत्थे फाइनल की आ घट आ, कितना आया 50 माइनस 0, कितना आया 50 किलोग्राम मीटर पर सैकेंड चेंज हुई। वो वैसे भी सानू पता लगता पाया कि पहला कितना ही 50, बाद 0 हो गया, चेंज कितनी आ गई आ 50 की आ गई आ। नैक्सट न्यूमेरिकल देखते हैं एक रिकॉयल वेलोसिटी का। ए बुलेट ऑफ मास 30 ग्राम, 30 ग्राम दिता मास किदा गोली का, लीव्स द राइफल with a velocity of 30 meter per second. Find the mass of rifle, या गन कह दो या राइफल कह दो, राइफल if it tends to recoil with velocity of 0.6 meter per second। ਹੁਣ ਦੇਖੋ ਇਸ ਨੂਮੈਰੀਕਲ ਨੂੰ ਪਹਿਲਾਂ ਇੰਗਲਿਸ਼ ਤੋਂ ਪੰਜਾਬੀ ਵਿੱਚ ਸਮਝਣ ਦੀ ਕੋਸ਼ਿਸ਼ ਕਰੋ। ਮੈਂ ਬਾਰ-ਬਾਰ ਕਹਿ ਰਿਹਾ ਵਾਂ ਕਿ ਫਿਜ਼ਿਕਸ ਤੇ ਨੂਮੈਰੀਕਲ ਨੂੰ ਰੱਟਾ ਨਹੀਂ ਮਾਰਨਾ, ਮੈਂ ਸਾਹਮਣੇ ਸੋਲਵ ਕਰੀ ਜਾ ਰਿਹਾ ਵਾਂ, ਇਹ ਨਹੀਂ ਹੈ ਕਿ ਤੁਸੀਂ ਦਵਾ-ਦਵ ਕਾਪੀਆਂ ਕਾਲੀਆਂ ਕਰੀ ਜਾਣੀਆਂ। ਤੁਸੀਂ ਇਹ ਭਾਵੇਂ ਨਾ ਲਿਖੋ, ਇਹਦੇ ਤੋਂ ਸਮਝੋ, ਤੇ ਜਿਹੜੇ ਤੁਹਾਡੀ ਬੁੱਕ ਦੇ ਉੱਤੇ ਬਾਕੀ ਨੂਮੈਰੀਕਲ ਰਹਿ ਗਏ ਆ ਉਹਨਾਂ ਨੂੰ ਸੋਲਵ ਕਰੋ। ਮਤਲਬ ਇੱਥੇ ਆਪਾਂ ਆਪਣੀ ਲੌਜੀਕਲ ਥਿੰਕਿੰਗ ਨੂੰ ਡਿਵੈਲਪ ਕਰਨਾ ਵਾ, ਆਪਾਂ ਰੱਟਾ ਨਹੀਂ ਮਾਰਨਾ। ਆਪਾਂ ਦੇਖਣਾ ਵਾ ਕਿ ਨੂਮੈਰੀਕਲ ਨੂੰ ਆਪਾਂ ਸੋਲਵ ਕਿਵੇਂ ਕਰ ਸਕਦੇ ਹਾਂ। ਹੁਣ ਦੇਖੋ ਪਹਿਲੀ ਸਾਡੀ ਜਿਹੜੀ ਨੂਮੈਰੀਕਲ ਨੂੰ ਸੋਲਵ ਕਰਨ ਦੀ ਪ੍ਰੋਬਲਮ ਆ ਨਾ, ਉਹ ਸਾਡੀ ਇਹ ਆ ਵੀ ਸਾਨੂੰ ਨੂਮੈਰੀਕਲ ਦੀ ਸਟੇਟਮੈਂਟ ਸਮਝ ਲੱਗੀ ਆ ਕਿ ਨਹੀਂ ਲੱਗੀ, ਕਿ ਸਾਡੀ ਇੰਗਲਿਸ਼ ਇੰਨੀ ਕੁ ਹੈਗੀ ਆ ਕਿ ਸਾਨੂੰ ਇਹ ਸੌਖੀ ਜੀ ਇੰਗਲਿਸ਼ ਜਿਹੜੀ ਆ ਸਾਡੇ ਦਿਮਾਗ ਦੇ ਵਿੱਚ ਆਸਾਨੀ ਨਾਲ ਬੈਠ ਜਾਵੇ ਤਾਂ ਅਸੀਂ ਉਹਦੀ ਪੰਜਾਬੀ ਕਰ ਸਕੀਏ। ਉਹ ਚੀਜ਼ ਬਹੁਤ ਜ਼ਰੂਰੀ ਆ, ਉਹ ਫਿਜ਼ਿਕਸ ਦਾ ਪਾਰਟ ਨਹੀਂ ਆ, ਉਹ ਤੁਹਾਨੂੰ ਇੰਗਲਿਸ਼ ਦੇ ਵਿੱਚੋਂ ਮਤਲਬ ਸਿੱਖ ਕੇ ਆਉਣਾ ਚਾਹੀਦਾ ਵਾ। ਤੇ ਬਾਅਦ ਵਿੱਚ ਅਸੀਂ ਇਹਨੂੰ ਕੀ ਕਰਦੇ ਹਾਂ, ਹੁਣ ਇਹਨੂੰ ਪਹਿਲਾਂ ਲਿਖਦੇ ਹਾਂ ਕਿ ਕੀ ਆ, ਪਹਿਲਾਂ ਸਮਝ ਕੇ। ਇਹ ਬੁਲੇਟ ਆਫ ਮਾਸ 30 kg ਲੀਵਸ ਦਾ ਰਾਈਫਲ, ਮਤਲਬ ਇੱਕ ਇੱਥੇ ਮੈਂ ਰਾਈਫਲ ਬਣਾ ਲੈਣਾ, ਤੁਸੀਂ ਥੋੜਾ ਵਧੀਆ ਤਰੀਕੇ ਨਾਲ ਬਣਾ ਸਕਦੇ ਜੋ, ਇਹ ਇੱਕ ਰਾਈਫਲ ਤੇ ਇਹਦੇ ਵਿੱਚ ਇੱਕ ਬੁਲੇਟ, ਇੱਥੇ ਕੋਈ ਗੋਲੀ ਆ, ਕਿੰਨੀ ਸਪੀਡ ਦੇ ਨਾਲ ਨਿਕਲੀ ਆ 30 ਮੀਟਰ ਪਰ ਸੈਕਿੰਡ ਦੇ ਨਾਲ ਨਿਕਲੀ ਆ, 30 ਨਾਲ। ਤੇ ਇਸ ਬੁਲੇਟ ਦਾ ਮਾਸ ਕਿੰਨਾ, ਛੋਟਾ m ਲਿਖਦਾ ਮੈਂ 30 ਗ੍ਰਾਮ। ਫਾਈਂਡ ਦਾ ਮਾਸ ਆਫ ਰਾਈਫਲ, ਗਨ ਦਾ ਮਾਸ ਪਤਾ ਕਰਨਾ ਵਾ। ਇਫ ਇਟ ਟੈਂਡਸ ਟੂ ਰਿਕੋਇਲ ਵਿਦ ਵੈਲੋਸਿਟੀ, ਰਿਕੋਇਲ ਵੈਲੋਸਿਟੀ ਹੁੰਦੀ ਹੈ ਵੀ ਗਨ ਜਿੰਨੀ ਸਪੀਡ ਦੇ ਨਾਲ ਪਿੱਛੇ ਨੂੰ ਝਟਕਾ ਮਾਰੇਗੀ, ਰਿਕੋਇਲ ਵੈਲੋਸਿਟੀ VR ਕਿੰਨੀ ਦਿੱਤੀ ਆ 0.6 ਮੀਟਰ ਪਰ ਸੈਕਿੰਡ। ਹੁਣ ਦੇਖੋ ਅਸੀਂ ਇਹਦੇ ਵਿੱਚ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਜਦੋਂ ਗੋਲੀ ਚੱਲਦੀ ਆ, ਗਨ ਦੇ ਵਿੱਚੋਂ ਨਿਕਲਦੀ ਆ ਤੇ ਗੋਲੀ ਇੱਧਰ ਨੂੰ ਜਾਂਦੀ ਆ ਤੇ ਗਨ ਪਿੱਛੇ ਨੂੰ ਝਟਕਾ ਮਾਰਦੀ ਆ, ਤੇ ਗਨ ਜਿਸ ਸਪੀਡ ਦੇ ਨਾਲ ਪਿੱਛੇ ਨੂੰ ਝਟਕਾ ਮਾਰਦੀ ਆ ਨਾ, ਉਸ ਸਪੀਡ ਨੂੰ ਕੀ ਬੋਲਦੇ ਆ, ਰਿਕੋਇਲ ਵੈਲੋਸਿਟੀ ਬੋਲਦੇ ਆ, ਰਿਕੋਇਲ, ਇਹ ਲਿਖਿਆ ਰਿਕੋਇਲ। ਹੁਣ ਆਪਾਂ ਲਿਖਦੇ ਆ ਕਿ ਕੀ ਗਿਵਨ ਆ, ਆਪਾਂ ਨੂੰ ਸਭ ਤੋਂ ਪਹਿਲਾਂ ਮਾਸ ਆਫ ਬੁਲੇਟ ਦਿੱਤਾ, ਮੈਂ ਛੋਟਾ m ਲਿਖ ਦਿੰਦਾ 30 ਗ੍ਰਾਮ ਮਾਸ ਆਫ ਬੁਲੇਟ। ਤੇ ਵੈਲੋਸਿਟੀ ਕਿੰਨੀ ਦਿੱਤੀ ਆ, ਵੈਲੋਸਿਟੀ ਸਾਨੂੰ ਦਿੱਤੀ ਆ ਬੁਲੇਟ ਦੀ, ਮੈਂ ਇਹਨੂੰ ਛੋਟੀ v ਨਾਲ ਲਿਖ ਦਿੰਦਾ। ਵੱਡੇ ਲੈਟਰ ਆਪਾਂ ਗਨ ਵਾਸਤੇ ਰੱਖ ਲੈਂਦੇ ਆ ਤੇ ਛੋਟੇ ਲੈਟਰ ਆਪਾਂ ਬੁਲੇਟ ਵਾਸਤੇ ਰੱਖ ਲੈਂਦੇ ਆ v। ਕਿੰਨਾ ਦਿੱਤਾ ਵਾ 30 ਮੀਟਰ ਪਰ ਸੈਕਿੰਡ। ਬੁਲੇਟ ਮਾਸ ਤੁਸੀਂ ਬੇਸ਼ੱਕ ਇੰਗਲਿਸ਼ 'ਚ ਲਿਖ ਹੀ ਲਓ, ਵੈਲੋਸਿਟੀ
ऑफ बुलेट ज़्यादा वधिया रहेगा जे इदां लिख भी लओगे। ते रिकॉयल वेलोसिटी ऑफ गन वी आर मतलब रिकॉयल 0.6 मीटर पर सैकेंड। ये आ गया साडे कोल गिवन डाटा। हुण इहदे विच आपां एक चीज़ पढ़ी आ ला ऑफ कंजरवेशन ऑफ मोमेंटम दे विच कि फाइनल मोमेंटम ते इनिशियल मोमेंटम की आ सेम आ। मैं फिर नमैरिकल करा दिंदा। हुण देखो जदों ये गोली जिहड़ी आ इस गन दे विच वा ते ये इक्को चीज़ आ। आपां क्या कि गन दा मास m ते गन दी वेलोसिटी 0 ते बुलेट दा मास m ते बुलेट दी वेलोसिटी भी 0। ये की आ साडा इनिशियल मोमेंटम। मतलब जे जदों गोली जिहड़ी आ ਉਹ ਗਨ ਦੇ ਵਿੱਚ ਵਾ ਤੇ ਸਾਨੂੰ ਪੁੱਛਿਆ ਜਾਵੇ ਮੋਮੈਂਟਮ ਕੀ ਆ। ਮੋਮੈਂਟਮ ਤੇ ਉਦੋਂ ਹੀ ਹੋਊਗਾ ਜਦੋਂ ਦੋਨਾਂ ਚੀਜ਼ਾਂ ਦੀ ਵੈਲੋਸਿਟੀ ਹੋਏਗੀ। ਅਸੀਂ ਮਾਸ ਨੂੰ ਵੈਲੋਸਿਟੀ ਨਾਲ ਗੁਣਾ ਕੀਤਾ ਮਤਲਬ ਗਨ ਦੇ ਮਾਸ ਨੂੰ ਗਨ ਦੀ ਵੈਲੋਸਿਟੀ ਨਾਲ ਕੀਤਾ ਤੇ 0 ਵਾ। ਬੁਲਟ ਦੇ ਮਾਸ ਨੂੰ ਉਹਦੀ ਵੈਲੋਸਿਟੀ ਨਾਲ ਗੁਣਾ ਕੀਤਾ ਤੇ ਵੀ 0 ਵਾ ਤੇ ਇਨੀਸ਼ੀਅਲ ਮੋਮੈਂਟਮ ਕਿੰਨਾ ਆ ਗਿਆ 0। ਹੁਣ ਕੰਜ਼ਰਵੇਸ਼ਨ ਆਫ ਮੋਮੈਂਟਮ ਕਹਿੰਦਾ ਵਾ ਕਿ ਜਿੰਨਾ ਮੋਮੈਂਟਮ ਪਹਿਲਾਂ ਹੀ ਉਨਾ ਹੀ ਮੋਮੈਂਟਮ ਬਾਅਦ ਵਿੱਚ ਹੋਣਾ ਚਾਹੀਦਾ ਵਾ। ਤੇ ਬਾਅਦ ਵਿੱਚ ਅਸੀਂ ਕਿਹਾ ਕਿ ਮਾਸ ਆਫ ਗਨ m ਤੇ ਕਿਸੇ ਵੈਲੋਸਿਟੀ v ਦੇ ਨਾਲ ਇਹ ਪਿੱਛੇ ਨੂੰ ਆਈ ਤੇ ਮਾਸ ਆਫ ਬੁਲਟ m ਤੇ ਇਹਦੀ ਵੈਲੋਸਿਟੀ ਕਿੰਨੀ ਆ ਜਿਸ ਵੈਲੋਸਿਟੀ ਦੇ ਨਾਲ ਅੱਗੇ ਗਈ ਕਿੰਨੀ ਹੋਣੀ ਚਾਹੀਦੀ ਆ। ਇਹ ਫਾਈਨਲ ਮੋਮੈਂਟਮ ਆ। ਇਹ ਕਿੰਨਾ ਹੋਣਾ ਚਾਹੀਦਾ ਪਹਿਲੇ ਜਿੰਨਾ ਹੋਣਾ ਚਾਹੀਦਾ। ਪਹਿਲਾ ਕਿੰਨਾ ਸੀ 0 ਸੀ। ਹੁਣ ਸਾਡੇ ਕੋਲੋਂ ਇਹਦੇ ਵਿੱਚ ਫਾਰਮੂਲਾ ਕੀ ਆ। ਸਾਡੇ ਕੋਲੋਂ ਇਹ ਫਾਰਮੂਲਾ ਵਾ ਕਿ mv ਜਮਾ mv ਇਜ਼ ਇਕੁਅਲ ਟੂ 0। ਇਹਦੇ ਵਿੱਚੋਂ ਹੀ ਅਸੀਂ ਮਾਸ ਆਫ ਬੁਲਟ ਕੱਢ ਸਕਦੇ ਹਾਂ। ਤੇ ਮੈਂ ਇਹਨੂੰ ਕਿੱਦਾਂ ਲਿਖ ਸਕਦਾ ਵਾਂ। ਮੈਂ ਇਹਨੂੰ ਇੱਦਾਂ ਲਿਖ ਲੈਂਦਾ ਵਾਂ mv ਇਜ਼ ਇਕੁਅਲ ਟੂ ਮਾਈਨਸ mv ਉਲਟਾ ਕਰ ਦਿੰਦੇ ਆ। ਹੁਣ ਦੇਖੋ ਇਹ ਜਿਹੜੀ ਰਿਕੋਇਲ ਵੈਲੋਸਿਟੀ ਹੁੰਦੀ ਨਾ ਇਹ ਨੈਗੇਟਿਵ ਹੁੰਦੀ ਆ। ਨੈਗੇਟਿਵ ਕਿਉਂ ਕਿਉਂਕਿ ਬੁਲਟ ਇੱਧਰ ਨੂੰ ਜਾਂਦੀ ਆ ਤੇ ਅਸੀਂ ਇਹਦੀ ਵੈਲੋਸਿਟੀ ਪੋਜ਼ਿਟਿਵ ਲੈਣੀ ਆ ਇਹ ਵਾਲੀ ਤੇ ਗਨ ਪਿੱਛੇ ਨੂੰ ਜਾਂਦੀ ਨੈਗੇਟਿਵ ਲੈਣੀ ਆ। ਆਪਾਂ ਇਸ ਇਕੁਏਸ਼ਨ ਨੂੰ mv ਜਮਾ mv ਇਹਨੂੰ ਕੀ ਲਿਖ ਲੈਂਦੇ ਆ v ਮਤਲਬ ਰਾਈਫਲ ਦੀ ਲਿਖ ਲੈਂਦੇ ਆ ਜਾਂ ਰਿਕੋਇਲ ਵੈਲੋਸਿਟੀ ਲਿਖ ਲੈਂਦੇ ਆ। ਇਹ ਉੱਧਰ ਚਲੇ ਜਾਵੇਗਾ ਤੇ ਨੈਗੇਟਿਵ ਸਾਈਨ ਆ ਜਾਏਗਾ। ਹੁਣ ਰਿਕੋਇਲ ਵੈਲੋਸਿਟੀ ਕੀ ਆ ਨੈਗੇਟਿਵ ਆ। ਆਪਾਂ vr ਦੇ ਨਾਲ ਮਾਈਨਸ ਲਗਾ ਦਿੰਦੇ ਆ। ਮਾਈਨਸ ਲਗਾਉਣ ਦੇ ਨਾਲ ਇਹ ਦੋਨੋਂ ਮਾਈਨਸ ਕੱਟੇ ਜਾਣਗੇ ਤੇ ਜੇਕਰ ਇਹ ਦੋਨੋਂ ਮਾਈਨਸ ਕੱਟੇ ਜਾਣਗੇ ਤੇ ਸਾਡੇ ਕੋਲ ਇਕੁਏਸ਼ਨ ਕੀ ਬਣੇਗੀ mvr ਇਜ਼ ਇਕੁਅਲ ਟੂ mv mvr ਇਜ਼ ਇਕੁਅਲ ਟੂ mv। ਮੈਂ ਇੱਥੇ ਬੇਸ਼ੱਕ ਬੁਲਟ ਦਾ b ਪਾ ਦਿੰਦਾ ਠੀਕ ਆ। ਇਹ ਵੀ ਮਾਸ ਬੁਲਟ ਦਾ ਵਾ। ਇਹ ਕੱਢਣਾ ਆਪਾਂ ਕੀ ਫਾਰਮੂਲਾ ਬਣਿਆ m ਇਜ਼ ਇਕੁਅਲ ਟੂ mbvbvr। ਇਹ ਵਾਲਾ ਫਾਰਮੂਲਾ ਬਣਿਆ। ਮਾਸ ਆਫ ਬੁਲਟ ਦਿੱਤਾ ਵੈਲੋਸਿਟੀ ਆਫ ਬੁਲਟ ਦਿੱਤਾ ਰਿਕੋਇਲ ਵੈਲੋਸਿਟੀ ਆਫ ਗਨ ਦਿੱਤੀ ਆ। ਪਰ ਇੱਕ ਚੀਜ਼ ਦੀ ਸਮੱਸਿਆ ਵਾ ਇਹ ਚੀਜ਼ ਸਾਨੂੰ SI ਯੂਨਿਟ ਆ ਮੀਟਰ ਪਰ ਸੈਕਿੰਡ SI ਆ ਪਰ ਗ੍ਰਾਮ ਜਿਹੜਾ ਵਾ ਨਾ ਮਾਸ ਦਾ ਯੂਨਿਟ SI ਕਿਹੜਾ ਵਾ ਕਿਲੋਗ੍ਰਾਮ। ਪਹਿਲਾਂ ਸਾਨੂੰ 30 ਗ੍ਰਾਮ ਨੂੰ 30 ਕਿਲੋਗ੍ਰਾਮ ਦੇ ਵਿੱਚ ਬਦਲਣਾ ਪੈਣਾ ਤੇ 30 ਕਿਲੋਗ੍ਰਾਮ 'ਚ ਬਦਲਾਂਗੇ ਤੇ ਆਪਾਂ ਕਿੱਦਾਂ ਲਿਖ ਸਕਦੇ ਹਾਂ 30/1000 kg 30/1000 kg ਲਿਖ ਸਕਦੇ ਹਾਂ। ਤੇ 30/1000 kg ਨੂੰ ਸੋਲਵ ਕਰੋਗੇ ਤੇ ਕਿੰਨਾ ਬਣੂਗਾ ਮਾਸ ਆਫ ਗਨ ਪਤਾ ਕਰਨਾ mg 30/1000 ਹੀ ਲਿਖ ਲਓ। ਚਲੋ ਇੱਥੇ ਇੱਕ ਨਾ ਇੱਕ 0 ਕੱਟੀ ਗਈ ਆ। ਇਹ ਵੈਸੇ ਬਣ ਜਾਣਾ 0.03 ਕਿਲੋਗ੍ਰਾਮ ਤੇ ਵੈਲੋਸਿਟੀ ਆਫ ਬੁਲਟ ਕਿੰਨੀ ਆ ਸਾਨੂੰ ਦਿੱਤੀ ਆ 30 ਤੇ ਵੈਲੋਸਿਟੀ ਰਿਕੋਇਲ ਕਿੰਨੀ ਦਿੱਤੀ ਆ 0.6। ਹੁਣ ਤੁਸੀਂ ਕੀ ਕਰਨਾ ਵਾ ਤੁਸੀਂ ਇਹਨੂੰ ਸੋਲਵ ਕਰਨਾ ਵਾ ਇਹ ਚੀਜ਼ ਨੂੰ ਮਾਸ ਆਫ ਗਨ ਲਈ 0.03 ਗੁਣਾ 30/0.6 ਤੇ ਜੇਕਰ ਇਹਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲੋਂ ਜਿਹੜਾ ਜਵਾਬ ਆਉਣਾ ਵਾ ਉਹ ਜਵਾਬ ਆਉਣਾ m ਇਜ਼ ਇਕੁਅਲ ਟੂ 1.5 kg। मतलब गन का मास कितना वा 1.5 किलो।